ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨਕੋਟ ਸ਼ੁਕਰਾਨਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜੋ ਪਾਰ ਕਿਰਪਾ ਕਰਕੇ ਦਇਆ ਕਰਕੇ ਸਾਨੂੰ ਰੋਜ਼ ਸਤਸੰਗਤ ਦੀਆਂ ਕੜੀਆਂ ਬਖਸ਼ ਦਿੰਦੇ ਹਨ। ਕੋਟਾਨਕੋਟ ਸ਼ੁਕਰਾਨਾ, ਕੋਟਾਨਕੋਟ ਸ਼ੁਕਰਾਨਾ। ਸੰਗਤ ਜੀ, ਜਿਹੜਾ ਅਸੀਂ ਅੱਜ ਸ਼ਬਦ ਲਿੱਤਾ ਹੈ, ਸੂਹੀ ਮਹੱਲਾ ਪੰਜਵਾਂ। ਰਾਖ ਲੇਹੋ ਇਹੋ ਹੀ ਬਿਖਈ ਜਿਓ, ਦੇਹੋ ਆਪਣਾ ਨਾਉ। ਪਰਮਾਤਮਾ ਦੇ ਅੱਗੇ ਅਰਦਾਸ ਹੈ ਕਿ हे ਮੇਰੇ ਸੱਚੇ ਪਾਤਸ਼ਾਹ, ਮੇਰੀ ਰੱਖਿਆ ਕਰ ਲੋ, ਮੇਰੀ ਰੱਖਿਆ ਕਰ ਲੋ ਇਹ ਵਿਕਾਰਾਂ ਤੋਂ, ਜਿਹੜੇ ਅੰਦਰ ਮੇਰੇ ਵਿਕਾਰ ਨੇ। ਕਿਉਂਕਿ ਇਹ ਮੇਰੇ ਵਿਕਾਰ ਨੇ ਨਾ, ਜਿਹੜੇ ਇਹ ਮੈਨੂੰ ਮਾਇਆ ਦੇ ਮੋਹ ਦੇ ਵਿੱਚ ਫਸਾ ਕੇ, ਇਹ ਸੰਸਾਰਿਕ ਮੋਹ 'ਚ ਫਸਾ ਕੇ ਇਹ ਮੇਰੀ ਭਟਕਣਾ ਦਾ ਕਾਰਨ ਬਣਦੇ ਨੇ। ਇਹ ਮੈਨੂੰ ਸੰਸਾਰ ਦੇ ਕੰਮਾਂ ਦੇ ਵਿੱਚ ਫਸਾਈ ਰੱਖਦੇ ਨੇ। ਤੇ ਇਹਨਾਂ ਤੋਂ ਛੁਟਕਾਰਾ ਦਿਲਾਓ ਪਾਤਸ਼ਾਹ, ਮੇਰੀ ਤੁਸੀਂ ਰੱਖਿਆ ਕਰੋ, ਮੈਨੂੰ ਆਪਣਾ ਨਾਮ ਬਖਸ਼ੋ, ਤਾਂ ਕਿ ਤੁਹਾਡਾ ਨਾਮ ਸਿਮਰਨ ਕਰਕੇ ਮੈਂ ਆਪਣਾ ਜੀਵਨ ਸਫਲਾ ਕਰ ਸਕਾਂ। ਨਾਮ ਮੈਨੂੰ ਦਿਓ, ਨਾਮ ਦੀ ਦਾਤ ਮੰਗੀ ਹੈ। ਰਾਖ ਲਿਓ ਇਹੋ ਹੀ ਬਿਖਈ ਜਿਓ, ਕਿ ਇਹ ਜਿਹੜਾ ਜੀਵਨ ਹੈ, ਇਹ ਜੋ ਮੈਂ ਕਰਮ ਕਰ ਰਿਹਾ ਹਾਂ, ਬਿਖਈ ਹੁੰਦੇ ਨੇ ਬੇਕਾਰ, ਜ਼ਹਿਰ, ਜਿੰਨਾ ਜੋ ਕੰਮ ਕਰਕੇ ਸਾਨੂੰ ਦੁੱਖ ਮਿਲਦਾ ਹੈ, ਕਿ ਇਹਨਾਂ ਚੀਜ਼ਾਂ ਤੋਂ ਮੈਨੂੰ ਬਚਾ ਲਓ। ਜਿਨ ਮੋਹੇ ਬ੍ਰਹਮੰਡ ਖੰਡ ਤਾਹੂ ਮੈਂ ਪਾਉ। ਕਹਿੰਦੇ ਨੇ, हे ਸੱਚੇ ਪਾਤਸ਼ਾਹ, हे ਪ੍ਰਭੂ, ਜਿਨ ਮੋਹੇ, ਇਹ ਜਿਹੜੀ ਮਾਇਆ ਹੈ, ਇਹ ਜਿਹੜੀਆਂ ਸੰਸਾਰ ਦਾ ਮੋਹ ਹੈ, ਇਹਨਾਂ ਦੇ ਵਿੱਚ ਨਾ ਪੂਰੇ ਖੰਡ ਬ੍ਰਹਮੰਡ ਦੇ ਜਿਹੜੇ ਲੋਕ ਨੇ ਨਾ, ਇਹ ਜਿਹੜੇ ਜੀਵ ਨੇ, ਇਹ ਸਾਰੇ ਫਸੇ ਹੋਏ ਨੇ। ਔਰ ਇਹਨਾਂ ਦੇ ਵਿੱਚ ਮੈਂ ਵੀ ਹਾਂ। ਮੈਂ ਵੀ ਮਾਇਆ ਦੇ ਪਿੱਛੇ ਮੈਂ ਵੀ ਫਸਿਆ ਹੋਇਆ ਹੈ। ਮੈਂ ਤੇ ਤੁਹਾਡਾ ਨਾਮ ਸਿਮਰਨ ਨਹੀਂ ਕਰਦਾ, ਤੇ ਇਸ ਲਈ ਮੇਰੀ ਰੱਖਿਆ ਕਰੋ, ਮੈਨੂੰ ਬਚਾਓ, ਮੈਨੂੰ ਆਪਣਾ ਨਾਮ ਦਵੋ, ਕਿ ਮੈਂ ਤੁਹਾਡਾ ਨਾਮ ਸਿਮਰਨ ਕਰਕੇ ਆਪਣਾ ਜੀਵਨ ਸਫਲਾ ਕਰ ਸਕਾਂ। ਜਾਤੇ ਨਾਹੀ ਕੋ ਸੁਖੀ, ਤਾਕੈ ਪਾਛੇ ਜਾਉ। ਹੁਣ ਇਹ ਮਾਇਆ ਦੇ ਪਿੱਛੇ, ਇਹ ਵਿਕਾਰਾਂ ਦੇ ਪਿੱਛੇ, ਇਹ ਮੋਹ ਦੇ ਪਿੱਛੇ, ਕ੍ਰੋਧ ਦੇ ਪਿੱਛੇ, ਇਹ ਸਾਰੀਆਂ ਚੀਜ਼ਾਂ ਦੇ ਪਿੱਛੇ ਲੱਗ ਕੇ ਕੋਈ ਸੁਖੀ ਨਹੀਂ ਹੋਇਆ। ਜਾਤੇ ਨਾਹੀ ਕੋ ਸੁਖੀ, ਇਹ ਮਾਇਆ ਦੇ ਮੋਹ ਦੇ ਵਿੱਚ ਫਸ ਕੇ ਕੋਈ ਸੁਖੀ ਨਹੀਂ ਹੋਇਆ। ਤਾਕੇ ਪਾਛੇ ਜਾਉ, ਔਰ ਮੈਂ ਵੀ ਇਹ ਮਾਇਆ ਦੇ ਪਿੱਛੇ ਹੀ ਦੌੜਦਾ ਦਿਨ ਰਾਤ। ਮੈਂ ਵੀ ਇਹਨਾਂ ਦੇ ਪਿੱਛੇ ਹੀ, ਜੋ ਚੀਜ਼ਾਂ ਜੋ ਮੈਨੂੰ ਇਹ ਵਿਕਾਰ ਨੇ, ਇਹ ਆਪਣੇ ਪਿੱਛੇ ਮੈਨੂੰ ਦੜਾਈ ਰੱਖਦੇ ਨੇ। ਇਹ ਕੰਮ ਕਰਨਾ ਹੈ, ਇਹ ਚੀਜ਼ ਲੈਣੀ ਹੈ, ਇੱਥੇ ਜਾਣਾ ਹੈ, ਇਹ ਮੇਰੀ ਭਟਕਣਾ, ਇਹ ਮੈਨੂੰ ਮਾਇਆ ਨੇ ਫਸਾਇਆ ਹੋਇਆ ਹੈ। ਛੋੜ ਜਾਏ ਜੋ ਸਗਲ ਕੋ, ਔਰ ਇਹ ਸਾਰੀਆਂ ਸੰਸਾਰਿਕ ਚੀਜ਼ਾਂ ਨੇ, ਇਹਨਾਂ ਨੇ ਸਾਨੂੰ ਛੱਡ ਕੇ ਅਸੀਂ ਇਹਨਾਂ ਨੂੰ ਛੱਡ ਕੇ ਚਲੇ ਜਾਣਾ ਹੈ, ਕਿਉਂਕਿ ਇਹ ਤੇ ਇੱਥੇ ਹੀ ਰਹਿ ਜਾਣੀਆਂ ਨੇ। ਸਿਰਫ ਇਹ ਸੰਸਾਰਿਕ ਚੀਜ਼ਾਂ ਹੀ ਨਹੀਂ, ਜਿਹੜੇ ਸੰਸਾਰ ਦੇ ਰਿਸ਼ਤੇ ਵੀ ਨੇ, ਇਹ ਵੀ ਅਸੀਂ ਛੱਡ ਕੇ ਜਾਣਾ। ਸਾਡੇ ਨਾਲ ਕਿਸੇ ਨੇ ਨਹੀਂ ਜਾਣਾ, ਪਰ ਫਿਰ ਵੀ ਫਿਰ ਲਪਟਾਉ, ਕਿ ਮੈਂ ਤਾਂ ਵੀ ਇਹਨਾਂ ਦੇ ਪਿੱਛੇ, ਇਹਨਾਂ ਨੂੰ ਆਪਣੇ ਨਾਲ ਲਪਟਾਈ ਰੱਖਦਾ, ਤਾਂ ਵੀ ਮੈਂ ਇਹਨਾਂ ਦੇ ਪਿੱਛੇ ਦੌੜਦਾ ਰਹਿਣਾ, ਕਿ ਇਹ ਮੇਰਾ ਹੈ, ਇਹ ਮੇਰਾ ਹੈ, ਇਹ ਲੈਣਾ ਹੈ, ਇਹ ਲੈਣਾ ਹੈ। ਤੇ ਮੈਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਰੱਖਿਆ ਕਰੋ ਸਤਿਗੁਰੂ, ਕਰੋ ਕਿਰਪਾ ਕਰੁਣਾਪਤੇ। हे ਮੇਰੇ ਸੱਚੇ ਪਾਤਸ਼ਾਹ, हे ਦਇਆ ਦੇ ਦਾਤੇ, हे ਦਇਆ ਨਿਧਾਨ, ਕਰੁਣਾਪਤੀ, ਮੇਰੇ ਤੇ ਰੱਖਿਆ ਕਰੋ, ਮੇਰੇ ਤੇ ਦਇਆ ਕਰੋ, ਤਾਂ ਕਿ ਰੱਖਿਆ ਕਰੋ ਕਰੁਣਾਪਤੇ, ਤੇਰੇ ਹਰ ਗੁਣ ਗਾਉ। हे ਸੱਚੇ ਪਾਤਸ਼ਾਹ, ਮੇਰੀ ਰੱਖਿਆ ਕਰੋ, ਮੇਰੇ ਤੇ ਇੰਨੀ ਕਿਰਪਾ ਕਰੋ, ਕਿਉਂਕਿ ਤੁਸੀਂ ਬਹੁਤ ਦਿਆਲੂ ਹੋ। ਤੁਸੀਂ ਮੇਰੇ ਤੇ ਕਿਰਪਾ ਕਰੋ ਕਿ ਮੈਂ ਤੁਹਾਡੇ ਗੁਣ ਗਾਵਾਂ, ਮੈਂ ਤੁਹਾਡੀ ਸਿਫਤ ਸਲਾਹ ਕਰਾਂ, ਮੈਂ ਤੁਹਾਡਾ ਨਾਮ ਜਪਾਂ। ਨਾਨਕ ਕੀ ਪ੍ਰਭ ਬੇਨਤੀ, ਸਾਧ ਸੰਗ ਸਮਾਉ।
ਨਾਨਕ ਦੀ ਕੀ ਬੇਨਤੀ ਹੈ ਕਿ ਮੇਰੀ ਇਹੀ ਬੇਨਤੀ ਹੈ ਪਾਤਸ਼ਾਹ ਤੁਹਾਡੇ ਅੱਗੇ ਕਿ ਮੈਨੂੰ ਸਾਧਾਂ ਦਾ ਸੰਗ ਇਹ ਮੈਨੂੰ ਬਖਸ਼ਦੇ ਰਹਿਣਾ, ਤਾਂ ਕਿ ਮੈਂ ਸਾਧਾਂ ਦੇ ਸੰਗ ਦੇ ਵਿੱਚ ਆਪਣੇ ਆਪ ਨੂੰ ਇਹ ਜੋੜੀ ਰੱਖਾਂ, ਕਿਉਂਕਿ ਸਾਧਾਂ ਦੀ ਸੰਗਤ 'ਚ ਜਾ ਕੇ ਮੈਂ ਪ੍ਰਭੂ ਦੇ ਨਾਲ ਸਮਾ ਸਕਦਾ ਹਾਂ, ਮੈਂ ਪ੍ਰਭੂ ਨੂੰ ਧਿਆ ਸਕਦਾ ਹਾਂ। ਤੇ ਮੈਨੂੰ ਮੇਰੀ ਰੱਖਿਆ ਕਰੋ ਪਾਤਸ਼ਾਹ, ਮੈਨੂੰ ਆਪਣਾ ਨਾਮ ਬਖਸ਼ੋ, ਮੈਂ ਤੁਹਾਡਾ ਨਾਮ ਸਿਮਰਨ ਕਰ ਸਕਾਂ। ਸੰਗਤ ਜੀ, ਇਹ ਨਾਮ ਦੀ ਦਾਤ, ਇਹ ਨਾਮ ਮੰਗਣਾ, ਸਤਿਗੁਰੂ ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਹ ਨਾਮ ਜਪਾਣੀ ਆਏ ਸੀ, ਜਗਤ ਦਾ ਉਧਾਰ ਕਰਨ ਆਏ ਸੀ, ਜਗਤ ਨੂੰ ਤਾਰਨ ਵਾਸਤੇ ਆਏ ਸੀ, ਨਾਮ ਨਾਲ ਜੋੜਨ ਵਾਸਤੇ ਆਏ ਸੀ। ਪਿਛਲੇ ਸ਼ਨੀਵਾਰ ਅਸੀਂ ਕਥਾ ਕੀਤੀ ਸੀ, ਜਦੋਂ ਸਤਿਗੁਰੂ ਦਾ ਆਨੰਦ ਕਾਰਜ ਹੋ ਕੇ ਸੁਲਤਾਨਪੁਰ ਆ ਜਾਂਦੇ ਨੇ, ਬੇਬੇ ਨਾਨਕੀ ਜੀ ਉਹਨਾਂ ਦਾ ਸਤਿਕਾਰ ਕਰਦੇ ਨੇ, ਆਪਣੇ ਵੀਰ ਦਾ ਸਤਿਕਾਰ ਕਰਦੇ ਨੇ, ਆਪਣੀ ਭਰਜਾਈ ਦਾ ਸਤਿਕਾਰ ਕਰਦੇ ਨੇ। ਔਰ ਫਿਰ 2 ਦਿਨ ਰਹਿਣ ਤੋਂ ਬਾਅਦ ਪਿਤਾ ਮਹਿਤਾ ਕਾਲੂ ਜੀ ਕਹਿੰਦੇ ਨਾਨਕ ਜੀ ਹੁਣ ਤਲਵੰਡੀ ਚੱਲਣ ਦੀ ਤਿਆਰੀ ਕਰੋ, ਉੱਥੇ ਤੁਹਾਡੇ ਮਾਤਾ ਜੀ ਤੁਹਾਨੂੰ ਉਡੀਕਦੇ ਹੋਣਗੇ, ਉਹਨਾਂ ਨੇ ਵੀ ਦਰਵਾਜ਼ੇ ਤੇ ਬੂਹੇ ਤੇ ਅੱਖਾਂ ਲਗਾਈਆਂ ਹੋਣੀਆਂ, ਕਦੋਂ ਮੇਰਾ ਪੁੱਤਰ ਆਏ। ਪਰ ਜੈਰਾਮ ਜੀ ਨਹੀਂ ਚਾਹੁੰਦੇ ਕਿ ਉਹ ਸੁਲਤਾਨਪੁਰ ਛੱਡ ਕੇ ਜਾਣ, ਤੇ ਉਹ ਬਹਾਨਾ ਬਣਾ ਦਿੰਦੇ ਨੇ, ਗੱਲਾਂ 'ਚ ਕਹਿ ਦਿੰਦੇ ਨੇ ਕਿ ਪਿਤਾ ਜੀ ਇਹਨਾਂ ਨੂੰ ਇੱਥੇ ਰਹਿਣ ਦਿਓ, ਕਿਉਂਕਿ ਜਿਹੜੀ ਮੋਦੀ ਦੀ ਕਾਰ ਹੈ ਉਹ ਇੰਨੀ ਵੱਡੀ ਹੈ, ਇਹਨਾਂ ਤੋਂ ਸਿਵਾ ਤੇ ਹੋਰ ਕੋਈ ਸਾਂਭ ਹੀ ਨਹੀਂ ਸਕਦਾ, ਤੇ ਹੁਣ ਇਹਨਾਂ ਨੂੰ ਤਲਵੰਡੀ ਨਹੀਂ ਜਾਣਾ, ਇਹਨਾਂ ਨੂੰ ਸੁਲਤਾਨਪੁਰ ਰਹਿਣ ਦਿਓ। ਪਰ ਉਹ ਫਿਰ ਨਾਲ ਹੀ ਪਿੱਛੋਂ ਦੀ ਬਟਾਲੇ ਤੋਂ ਮੂਲ ਚੰਦ ਜੀ ਵੀ ਆ ਜਾਂਦੇ ਨੇ, ਜਗਤ ਮਾਤਾ ਸੁਲੱਖਣੀ ਜੀ ਦੇ ਪਿਤਾ ਜੀ ਕੀ ਕਹਿੰਦੇ ਨੇ, ਉਹ ਤੇ 2 ਦਿਨ ਬਾਅਦ ਹੀ ਆ ਜਾਂਦੇ ਨੇ, ਕਹਿੰਦੇ ਮੈਂ ਤੇ ਆਪਣੀ ਪੁੱਤਰੀ ਨੂੰ ਲੈਣ ਵਾਸਤੇ ਆਇਆ, ਬਟਾਲੇ ਫੇਰਾ ਪਾਉਣ ਜਾਣਾ। ਪਰ ਹੁਣ 2 ਪੱਖ ਬਣ ਜਾਂਦੇ ਨੇ, ਇੱਕ ਪੱਖ ਕਹਿੰਦਾ ਹੈ, ਤਲਵੰਡੀ ਦੇ ਸਾਰੇ ਕਹਿੰਦੇ ਨੇ, ਪਿਤਾ ਜੀ ਕਹਿੰਦੇ ਨੇ, ਹੋਰ ਜਿੰਨੇ ਵੀ ਰਿਸ਼ਤੇਦਾਰ ਆਏ ਹੁੰਦੇ ਕਹਿੰਦੇ ਅਸੀਂ ਤਲਵੰਡੀ ਲੈ ਕੇ ਜਾਣਾ, ਮੂਲ ਚੰਦ ਜੀ ਔਰ ਜੈ ਰਾਮ ਜੀ ਕਹਿੰਦੇ ਅਸੀਂ ਸੁਲਤਾਨਪੁਰ ਹੀ ਰੱਖਣਾ। ਤੇ ਫਿਰ ਇਹਦਾ ਉਪਾਏ ਪਰਮਾਨੰਦ ਜੀ ਕੱਢਦੇ ਨੇ, ਪਰਮਾਨੰਦ ਜੀ ਇਹਦਾ ਸੋਲੂਸ਼ਨ ਕੱਢਦੇ ਨੇ, ਸਾਰਿਆਂ ਨੂੰ ਸਿਆਣੇ ਹੁੰਦੇ ਨੇ, ਸਾਰੇ ਉਹਨਾਂ ਦਾ ਮਾਣ ਸਤਿਕਾਰ ਕਰਦੇ ਨੇ। ਉਹ ਕਹਿੰਦੇ ਨੇ, ਸਮਝਾਉਂਦੇ ਨੇ ਸਾਰਿਆਂ ਨੂੰ ਕਿ ਮਾਤਾ ਦਾ ਕੱਲਾ ਪੁੱਤਰ ਹੋਵੇ, ਨਵਾਂ ਉਸ ਦਾ ਵਿਆਹ ਹੋਇਆ ਹੋਵੇ, ਔਰ ਮਾਤਾ ਦੀ ਹਾਲਤ ਕੀ ਹੋਏਗੀ, ਮਾਤਾ ਦੀਆਂ ਅੱਖਾਂ ਤੇ ਥੱਕਦੀਆਂ ਹੋਣੀਆਂ, ਦਰਵਾਜ਼ੇ ਤੇ ਲੱਗੀਆਂ ਹੋਣੀਆਂ, ਕਦੋਂ ਮੇਰਾ ਪੁੱਤਰ ਆਵੇ। ਨਾ ਕਿਸੇ ਨੂੰ ਕੁਝ ਕਹਿ ਸਕਦੀ ਹੈ, ਨਾ ਕਿਸੇ ਨੂੰ ਕੁਝ ਪੁੱਛ ਸਕਦੀ ਹੈ, ਨਾ ਉਹ ਉੱਚੀ ਕਿਸੇ ਨੂੰ ਕੁਝ ਬੋਲ ਸਕਦੀ ਹੈ। ਉਹ ਤੇ ਅੰਦਰ ਝੂਰਦੀ ਪਈ ਹੈ, ਉਹ ਤੇ ਉਸ ਗਾਂ ਦੀ ਤਰ੍ਹਾਂ ਹੈ ਜਿਹਦਾ ਕਿ ਵਛੜਾ ਵਿਛੜ ਗਿਆ ਹੈ, ਔਰ ਉਹ ਬਸ ਉਡੀਕ ਲਗਾ ਕੇ ਬੈਠੀ ਹੈ ਕਿ ਕੋਈ ਮੇਰਾ ਵੱਛਾ ਲੱਭ ਕੇ ਲਿਆ ਦੇ ਔਰ ਮੈਨੂੰ ਮੇਰੇ ਵੱਛੇ ਨਾਲ ਮਿਲਾ ਦੇ। ਸੰਗਤ ਜੀ, ਇਹ ਸੁਣ ਕੇ ਪਰਮਾਨੰਦ ਜੀ ਦੀ ਗੱਲ ਸੁਣ ਕੇ, ਔਰ ਪਰਮਾਨੰਦ ਜੀ ਇਹ ਵੀ ਕਹਿੰਦੇ ਮੋਦੀ ਦੀ ਕਾਰ ਕੀ ਹੈ, ਆ ਕੇ ਉਹੀ ਤੇ ਸਾਂਭਣੀ ਹੈ ਮੋਦੀ ਦੀ ਕਾਰ। ਔਰ ਜਿਹੜੇ ਬਾਲਾ ਜੀ ਨੇ, ਬਾਲਾ ਜੀ ਵੀ ਬੜੇ ਸਿਆਣੇ ਨੇ, ਮੋਦੀ ਦੀ ਕਾਰ ਉਹ ਸਾਂਭ ਲੈਣਗੇ। ਤੇ ਸੰਗਤ ਜੀ, ਫੈਸਲਾ ਹੋ ਜਾਂਦਾ ਹੈ ਤਲਵੰਡੀ ਜਾਣ ਵਾਸਤੇ। ਹੁਣ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਕਹਿੰਦੇ ਨੇ, ਹੇ ਗੁਰੂ ਅੰਗਦ ਦੇਵ ਪਾਤਸ਼ਾਹ, ਮੈਂ ਤਲਵੰਡੀ ਤੇ ਨਹੀਂ ਗਿਆ, ਮੈਂ ਆਪਣੇ ਸਤਿਗੁਰਾਂ ਦੇ ਆਨੰਦ ਕਾਰਜ 'ਚ ਜ਼ਰੂਰ ਗਿਆ ਸੀ, ਮੈਂ ਆਪਣੀ ਅੱਖੀ ਉਹਨਾਂ ਦਾ ਵਿਆਹ ਦੇਖਿਆ ਹੈ, ਮੈਂ ਆਪਣੀ ਅੱਖੀ ਮਾਤਾ ਸੁਲੱਖਣੀ ਜੀ ਦੇ ਦਰਸ਼ਨ ਕੀਤੇ ਨੇ, ਪਰ ਮੈਂ ਪਿੱਛੇ ਰਹਿ ਗਿਆ, ਮੈਨੂੰ ਮੋਦੀ ਦੀ ਕਾਰ ਸਾਂਭਣੀ ਸੀ, ਪਾਤਸ਼ਾਹ ਮੇਰੀ ਡਿਊਟੀ ਲਗਾ ਕੇ ਗਏ ਸੀ ਕਿ ਉਹਨਾਂ ਦੀ ਥਾਂ ਤੇ ਮੈਂ ਮੋਦੀ ਦੀ ਕਾਰ ਸਾਂਭਾਂ। ਪਰ ਗੁਰੂ ਅੰਗਦ ਦੇਵ ਪਾਤਸ਼ਾਹ, ਜੋ ਵੀ ਮੈਂ ਸੁਣਿਆ, ਜਿੱਦਾਂ ਵੀ ਮੈਂ ਸੁਣਿਆ, ਮੈਂ ਤੁਹਾਨੂੰ ਉਦਾਂ ਦੱਸਦਾ ਹਾਂ ਕਿ ਬਰਾਤ ਮੇਰੇ ਮਾਲਿਕ ਦੀ ਕਿਸ ਤਰ੍ਹਾਂ ਤਲਵੰਡੀ ਗਈ। ਕਹਿੰਦੇ ਜਾਣ ਦੀਆਂ ਤਿਆਰੀਆਂ ਹੋਈਆਂ, ਪਾਲਕੀਆਂ ਸਜਾਈਆਂ ਗਈਆਂ, ਹਾਥੀ ਸਜਾਏ ਗਏ,
ਨਗਾੜੇ ਵੱਜੇ, ਤੂਤੀਆਂ ਵੱਜੀਆਂ, ਘੋੜੇ ਸਜਾਏ ਗਏ, ਦਮਾਮੇ ਵੱਜੇ, ਨਗਾੜੇ ਵੱਜੇ, ਬਰਾਤ ਸਾਰੀ ਤਿਆਰ ਹੋਈ। ਔਰ ਪਾਤਸ਼ਾਹ ਜਿਹੜੇ ਜਿਹੜੇ ਥਾਂ ਤੇ ਪੜਾਵ ਬਰਾਤ ਆਂਦੇ ਹੋਏ ਪੜਾਵ ਕੀਤਾ ਸੀ ਨਾ ਬਰਾਤ ਨੇ, ਉਸੇ ਥਾਂ ਤੇ ਬਰਾਤ ਪੜਾਵ ਕਰਦੀ ਤਲਵੰਡੀ ਵੱਲ ਨੂੰ ਤੁਰ ਪਈ। ਰਸਤੇ 'ਚ ਉੱਥੇ ਹੀ ਪੜਾਵ ਕੀਤੇ ਜਿੱਥੇ ਕਿ ਆਣ ਵਖਤ ਸੁਲਤਾਨਪੁਰ ਆਣ ਵਖਤ ਪੜਾਵ ਕੀਤੇ ਸੀ। ਔਰ ਸੱਚੇ ਪਾਤਸ਼ਾਹ ਪੜਾਵ ਕਰਦੇ ਕਰਦੇ ਬਰਾਤ ਨੂੰ ਤਲਵੰਡੀ ਪਹੁੰਚਣ 'ਚ ਜਿੰਨੀ ਦੇਰ ਹੋ ਰਹੀ ਸੀ, ਉੱਥੇ ਮਾਤਾ ਜੀ ਦੀ ਓਨੀ ਉਡੀਕ ਵੱਧਦੀ ਜਾ ਰਹੀ ਸੀ। ਮਾਤਾ ਜੀ ਨੇ ਤੇ ਦਰਵਾਜ਼ੇ ਤੇ ਅੱਖਾਂ ਲਗਾਈਆਂ ਹੋਈਆਂ ਸੀ, ਕਦੋਂ ਮੇਰਾ ਪੁੱਤਰ ਆਏ, ਮੈਂ ਆਪਣੇ ਪੁੱਤਰ ਨੂੰ ਲਾੜੇ ਦੇ ਰੂਪ 'ਚ ਦੇਖਾਂ, ਕਦੋਂ ਮੇਰਾ ਪੁੱਤਰ ਆਏ, ਨਾਲ ਆਪਣੀ ਪਤਨੀ ਨੂੰ ਲੈ ਕੇ ਆਏ, ਮੈਂ ਆਪਣੀ ਨੂੰਹ ਦੇ ਦਰਸ਼ਨ ਕਰਾਂ, ਕਦੋਂ ਆਏ ਮੇਰਾ ਪੁੱਤਰ। ਔਰ ਸੰਗਤ ਜੀ, ਉੱਥੇ ਸਿਰਫ ਮਾਤਾ ਜੀ ਹੀ ਨਹੀਂ ਉਡੀਕ ਰਹੇ ਸੀ, ਉੱਥੇ ਤੇ ਪਾਤਸ਼ਾਹ ਦੇ ਚਰਨਾਂ ਦਾ ਇੱਕ ਹੋਰ ਪ੍ਰੇਮੀ ਸੀ, ਰਾਏ ਬੁਲਾਰ ਜੀ। ਰਾਏ ਬੁਲਾਰ ਜੀ ਉਡੀਕ ਰਹੇ ਸੀ, ਕਦੋਂ ਮੇਰਾ ਮਾਲਿਕ ਆਏ, ਕਦੋਂ ਮੇਰਾ ਮਾਲਿਕ ਆਏ, ਮੈਂ ਆਪਣੇ ਮਾਲਿਕ ਦੇ ਦਰਸ਼ਨ ਕਰਾਂ। ਸੰਗਤ ਜੀ, ਰਾਜਾ ਸੀ ਉਹ, ਬਥੇਰੇ ਕੰਮਕਾਜ ਕਰਨੇ ਪੈਂਦੇ ਨੇ ਰਾਜਿਆਂ ਨੂੰ, ਰਾਜਾਂ ਵਾਲੇ ਬਥੇਰੇ ਕੰਮ ਕਾਰਜ ਕਰਨੇ ਪੈਂਦੇ ਨੇ। ਹੁਣ ਸੰਗਤ ਜੀ, ਪਰ ਸਾਰੇ ਕਾਰਜ ਕਰਦੇ ਹੋਏ ਰਾਏ ਬੁਲਾਰ ਜੀ ਦਾ ਜਿਹੜਾ ਚਿੱਤ ਸੀ, ਅੱਠੇ ਪੈਰ ਸਤਿਗੁਰਾਂ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਸੀ, ਅੱਠੇ ਪੈਰ ਜੁੜਿਆ ਰਹਿੰਦਾ ਸੀ। ਉੱਥੇ ਰਾਏ ਬੁਲਾਰ ਜੀ ਦੀ ਉਡੀਕ ਵੱਧ ਰਹੀ ਹੈ, ਉੱਥੇ ਮਾਤਾ ਜੀ ਦੀ ਉਡੀਕ ਵੱਧ ਰਹੀ ਹੈ। ਔਰ ਉੱਥੇ ਸਿਰਫ ਰਾਏ ਬੁਲਾਰ ਜੀ ਔਰ ਮਾਤਾ ਜੀ ਨਹੀਂ, ਤਲਵੰਡੀ ਦੇ ਸਾਰੇ ਵਾਸੀ ਉਡੀਕ ਰਹੇ ਨੇ ਕਿ ਕਦੋਂ ਨਾਨਕ ਜੀ ਆਣ, ਅਸੀਂ ਉਹਨਾਂ ਦੇ ਦਰਸ਼ਨ ਕਰੀਏ। ਕਿਉਂਕਿ ਸੰਗਤ ਜੀ, ਜਦੋਂ ਤੋਂ ਪਾਤਸ਼ਾਹ ਤਲਵੰਡੀ ਛੱਡ ਕੇ ਸੁਲਤਾਨਪੁਰ ਨੂੰ ਗਏ ਸੀ, ਪਾਤਸ਼ਾਹ ਮੁੜ ਵਾਪਸ ਤਲਵੰਡੀ ਨਹੀਂ ਆਏ ਸੀ। ਔਰ ਹੁਣ ਉਦੋਂ ਤੋਂ, ਉਸ ਤੋਂ ਜਾਣ ਤੋਂ ਬਾਅਦ ਪਾਤਸ਼ਾਹ ਪਹਿਲੀ ਵਾਰ ਤਲਵੰਡੀ ਆ ਰਹੇ ਨੇ, ਉਹ ਵੀ ਲਾੜੇ ਦੇ ਰੂਪ 'ਚ ਆ ਰਹੇ ਨੇ, ਨਾਲ ਮਾਤਾ ਸੁਲੱਖਣੀ ਜੀ ਆ ਰਹੇ ਨੇ। ਸਾਰੇ ਬੜਾ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਮਾਤਾ ਜੀ ਨੇ ਸਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਹੈ ਆਪਣੇ ਨੂੰਹ ਪੁੱਤਰ ਦਾ ਸਤਿਕਾਰ ਕਰਨ ਵਾਸਤੇ। ਘਰ ਨੂੰ ਪੂਰਾ ਰੰਗ ਰੋਗਨ ਕਰਾਇਆ ਹੈ, ਬੜੇ ਤਰ੍ਹਾਂ ਦੇ ਪਕਵਾਨ ਪ੍ਰਸ਼ਾਦੇ ਬਣੇ ਨੇ ਘਰ ਦੇ ਵਿੱਚ, ਪੂਰਾ ਘਰ ਫੁੱਲਾਂ ਪੱਤੀਆਂ ਦੇ ਨਾਲ ਸਜਾਇਆ ਹੋਇਆ ਹੈ, ਥਾਲ ਤਿਆਰ ਕੀਤਾ ਹੋਇਆ ਹੈ ਕਿ ਮੇਰਾ ਪੁੱਤਰ ਆਏਗਾ ਤੇ ਮੈਂ ਉਹਨਾਂ ਦਾ ਸਤਿਕਾਰ ਕਰਨਾ ਹੈ। ਮਾਤਾ ਜੀ ਉਡੀਕ ਰਹੇ ਨੇ ਹੱਥ ਵਿੱਚ ਥਾਲ ਲੈ ਕੇ, ਨਾਲ ਇਸਤਰੀਆਂ ਖੁਸ਼ੀ ਦੇ ਗੀਤ ਗਾ ਰਹੀਆਂ ਨੇ, ਸਗਨ ਦੇ ਗੀਤ ਗਾ ਰਹੀਆਂ ਨੇ, ਮਿੱਠੇ ਮਿੱਠੇ ਗੀਤ ਗਾਏ ਜਾ ਰਹੇ ਨੇ। ਸੰਗਤ ਜੀ, ਕਰਦਿਆਂ ਪੜਾਵ ਲੈਂਦਿਆਂ ਬਰਾਤ ਪਹੁੰਚਦੀ ਹੈ ਸੁਲਤਾਨਪੁਰ ਦੇ ਨੇੜੇ, ਤਲਵੰਡੀ ਦੇ ਨੇੜੇ। ਜਦੋਂ ਸੰਗਤ ਜੀ ਤਲਵੰਡੀ ਦੇ ਨੇੜੇ ਬਰਾਤ ਪਹੁੰਚਦੀ ਹੈ, ਖੂਬ ਦਮਾਮੇ, ਨਗਾੜੇ, ਢੋਲ ਢਮਾਕਾ ਹੋ ਰਿਹਾ ਹੈ ਤੇ ਤਲਵੰਡੀ ਵਾਸੀਆਂ ਨੂੰ ਦੂਰੋਂ ਹੀ ਪਤਾ ਲੱਗ ਜਾਂਦਾ ਹੈ ਕਿ ਬਰਾਤ ਨੇੜੇ ਪਹੁੰਚ ਗਈ ਹੈ। ਸਾਰੇ ਤਲਵੰਡੀ ਵਾਸੀ, ਔਰ ਸੰਗਤ ਜੀ, ਤਲਵੰਡੀ ਵਾਸੀ 'ਚ ਕਈ ਤੇ ਰੂਹਾਂ ਇਹੋ ਜੀਆਂ ਵੀ ਨੇ, ਕਈ ਰੂਹਾਂ ਇਹੋ ਜੀਆਂ ਵੀ ਨੇ ਰਹਿੰਦੀਆਂ ਨੇ ਜਿਨ੍ਹਾਂ ਨੂੰ ਪਾਤਸ਼ਾਹ ਨੇ ਬਚਪਨ ਦੇ ਵਿੱਚ ਹੀ ਨਾਮ ਦਾਤ ਦਾ ਕਿਣਕਾ ਉਹਨਾਂ ਦੀ ਝੋਲੀ 'ਚ ਪਾ ਦਿੱਤਾ ਸੀ, ਜੋ ਕਿ ਰੰਗੀਆਂ ਹੋਈਆਂ ਨੇ ਰੂਹਾਂ। ਉਹ ਵੀ ਤਲਵੰਡੀ 'ਚ ਪਾਤਸ਼ਾਹ ਦੇ ਦਰਸ਼ਨਾਂ ਦੇ ਉਡੀਕ ਕਰ ਰਹੀਆਂ ਨੇ। ਜਦੋਂ ਢੋਲ ਢਮੱਕਾ ਸੁਣਿਆ, ਨਗਾੜੇ ਵੱਜਦੇ ਸੁਣੇ, ਤੂਤੀਆਂ ਵੱਜਦੀਆਂ ਸੁਣੀਆਂ, ਨਰਸਿੰਗੇ ਵੱਜਦੇ ਸੁਣੇ, ਸਾਰੇ ਤਲਵੰਡੀ ਵਾਸੀ ਸੋਹਣੇ ਨਵੇਂ ਕੱਪੜੇ ਪਾ ਕੇ, ਜਿਨ੍ਹਾਂ ਕੋ ਚਾਂਦੀ ਦੇ ਗਹਿਣੇ ਸੀ ਉਹਨਾਂ ਨੇ ਚਾਂਦੀ ਦੇ ਗਹਿਣੇ ਪਾਏ, ਜਿਨ੍ਹਾਂ ਕੋ ਸੋਨੇ ਦੇ ਗਹਿਣੇ ਸੀ ਉਹਨਾਂ ਨੇ ਸੋਨੇ ਦੇ ਗਹਿਣੇ ਪਾਏ। ਸਾਰੇ ਜਾ ਕੇ ਰਸਤੇ 'ਚ ਖਲੋ ਗਏ, ਸਾਰਿਆਂ ਨੂੰ ਪਹਿਲਾਂ ਦਰਸ਼ਨ ਅਸੀਂ ਕਰਾਂਗੇ, ਸਾਰਿਆਂ ਨੂੰ ਪਹਿਲਾਂ ਦਰਸ਼ਨ ਅਸੀਂ ਕਰਾਂਗੇ। ਸਾਰੇ ਰਸਤੇ 'ਚ ਜਾ ਕੇ ਖਲੋ ਗਏ। ਸੰਗਤ ਜੀ, ਦਰਸ਼ਨਾਂ ਵਾਸਤੇ ਸੰਗਤ ਖਲੋਤੀ ਹੈ, ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਬਰਾਤ ਆ ਰਹੀ ਹੈ,
ਬਰਾਤ ਪੂਰੇ ਢੋਲ ਢਮੱਕੇ ਨਾਲ ਆ ਰਹੀ ਹੈ, ਗਲੀਆਂ ਵਿੱਚੋਂ ਹੁੰਦੀ ਹੁੰਦੀ ਬਰਾਤ ਅੱਗੇ ਆ ਰਹੀ ਹੈ, ਅੱਗੇ ਅੱਗੇ ਪਾਤਸ਼ਾਹ, ਪਿੱਛੇ ਪਿੱਛੇ ਡੋਲੇ ਦੇ ਵਿੱਚ ਮਾਤਾ ਸੁਲੱਖਣੀ ਜੀ ਨੇ, ਪਿੱਛੇ ਪਿੱਛੇ ਨਾਲ ਪਿਤਾ ਜੀ ਨੇ, ਚਾਚਾ ਜੀ ਨੇ, ਨਾਲ ਪੈਸਿਆਂ ਦੀ ਵਰਖਾ ਹੋ ਰਹੀ ਹੈ ਪਾਤਸ਼ਾਹ ਦੇ ਉੱਪਰੋਂ, ਮਾਤਾ ਜੀ ਦੇ ਉੱਪਰੋਂ ਵਰਖਾ ਹੋ ਰਹੀ ਹੈ ਮਾਇਆ ਦੀ। ਸੰਗਤ ਜੀ ਕਰਦਿਆਂ 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 ਕਰਾਂਦਿਆਂ ਪਾਤਸ਼ਾਹ ਆ ਗਏ ਆਪਣੇ ਘਰ ਦੇ, ਆਪਣੇ ਮਾਤਾ ਜੀ ਦੇ ਸਨਮੁਖ ਆ ਕੇ ਖੜੇ ਹੋਏ। ਸੰਗਤ ਜੀ ਕਿੰਨੇ ਚਿਰ ਬਾਅਦ ਮਾਤਾ ਜੀ ਦਰਸ਼ਨ ਕਰ ਰਹੇ ਨੇ ਆਪਣੇ ਪੁੱਤਰ ਦੇ, ਉਹ ਵੀ ਲਾੜੇ ਦੇ ਰੂਪ 'ਚ। ਸਾਰੇ ਇੱਕ ਪਾਸ ਵਿੱਚ ਪਾਤਸ਼ਾਹ ਖੜੇ ਨੇ, ਇੱਕ ਪਾਸੇ ਚਾਚਾ ਜੀ ਖੜੇ ਨੇ, ਇੱਕ ਪਾਸੇ ਮਹਿਤਾ ਕਾਲੂ ਜੀ ਖੜੇ ਨੇ, ਔਰ ਸਾਰੇ ਲੋਕ ਜਿਹੜੇ ਤਲਵੰਡੀ ਵਾਸੀਆਂ ਵਧਾਈਆਂ ਦੇ ਰਹੇ ਨੇ। ਜੋ ਇਸਤਰੀਆਂ ਤਲਵੰਡੀ ਦੀਆਂ ਉਹ ਵੀ ਵਧਾਈਆਂ ਦੇ ਰਹੀਆਂ ਨੇ। ਤ੍ਰਿਪਤਾ ਵਧਾਈਆਂ ਹੋਣ, ਤੇਰਾ ਪੁੱਤਰ ਆਇਆ ਹੈ ਨੂੰਹ ਨੂੰ ਲੈ ਕੇ ਤਲਵੰਡੀ ਵਾਸੇ। ਪਿਤਾ ਜੀ ਨੂੰ ਵੀ ਜੋ ਬਰਾਤ 'ਚ ਨਹੀਂ ਗਏ ਸੀ। ਮਹਿਤਾ ਕਾਲੂ ਵਧਾਈਆਂ ਹੋਣ, ਚਾਚੇ ਨੂੰ ਵਧਾਈਆਂ ਹੋਣ, ਪਿਤਾ ਨੂੰ ਵਧਾਈਆਂ ਹੋਣ, ਮਾਤਾ ਨੂੰ ਵਧਾਈਆਂ ਹੋਣ, ਸਾਰੇ ਵਧਾਈਆਂ ਦੇ ਰਹੇ ਨੇ। ਮਾਤਾ ਜੀ ਅੱਜ ਪਹਿਲੀ ਵਾਰ ਆਪਣੀ ਨੂੰਹ ਦੇ ਦਰਸ਼ਨ ਕਰਦੇ ਆ ਸੰਗਤ ਜੀ, ਪਹਿਲੀ ਵਾਰ ਨੂੰਹ ਦੇ ਦਰਸ਼ਨ ਕਰਦੇ ਆ ਸੰਗਤ ਜੀ। ਉਦੋਂ ਤੇ ਦੇਖ ਦਿਖਾਵਾ ਨਹੀਂ ਹੁੰਦਾ ਸੀ, ਉਦੋਂ ਤੇ ਲਾਗੀ ਰਿਸ਼ਤਾ ਪੱਕਾ ਕਰ ਦਿੰਦੇ ਸੀ। ਅੱਜ ਮਾਤਾ ਜੀ ਆਪਣੇ ਪੁੱਤਰ ਨੂੰ ਦੇਖ ਕੇ, ਆਪਣੇ ਨੂੰਹ ਨੂੰ ਦੇਖ ਕੇ ਮਾਤਾ ਜੀ ਬਹੁਤ ਖੁਸ਼ ਹੁੰਦੇ ਨੇ। ਖੁਸ਼ੀ ਨਹੀਂ ਸਮਾਈ ਜਾ ਰਹੀ, ਖੁਸ਼ੀ ਨਹੀਂ ਸਮਾਈ ਜਾ ਰਹੀ, ਅੰਗ ਅੰਗ ਉਹਨਾਂ ਦਾ ਖੁਸ਼ੀ ਦੇ ਵਿੱਚ ਖਿਲਿਆ ਹੋਇਆ ਹੈ। ਆਪਣੇ ਪੁੱਤਰ ਔਰ ਆਪਣੇ ਨੂੰਹ ਤੋਂ ਮਾਤਾ ਤ੍ਰਿਪਤਾ ਜੀ ਮਾਇਆ ਦੀ ਥੈਲੀ ਵਾਰਦੇ ਨੇ, ਮਾਇਆ ਦੀ ਥੈਲੀ ਵਾਰ ਕੇ ਗਰੀਬਾਂ 'ਚ ਦਿੰਦੇ ਨੇ। ਔਰ ਸੰਗਤ ਜੀ ਕਿਉਂਕਿ ਪਾਤਸ਼ਾਹ ਦਾ ਜਸ ਇੰਨਾ ਹੁੰਦਾ ਹੈ ਕਿ ਇੰਨਾ ਦਾਨ ਵੰਡਦੇ ਨੇ, ਕਿਉਂਕਿ ਦੂਰੋਂ ਨੇੜੇ ਸਾਰੇ ਪਹੁੰਚਦੇ ਨੇ ਸੁਲਤਾਨਪੁਰ ਉਹਨਾਂ ਕੋ ਦਾਨ ਲੈਣ ਵਾਸਤੇ, ਤੇ ਇਸ ਲਈ ਔਰ ਮੰਨਿਆ ਹੋਇਆ ਪਰਿਵਾਰ ਵੀ ਹੈ। ਮਹਿਤਾ ਕਾਲੂ ਜੀ ਪਟਵਾਰੀ ਨੇ ਕਈ ਪਿੰਡਾਂ ਦੇ। ਸੰਗਤ ਜੀ ਅਸੀਂ ਹੁਣ ਵੀ ਦੇਖਦੇ ਹਾਂ ਜਿੱਥੇ ਵਿਆਹ ਸ਼ਾਦੀ ਦਾ ਮਾਹੌਲ ਹੋਏ ਉੱਥੇ ਮੰਗਤੇ ਕਿੰਨੇ ਆ ਜਾਂਦੇ ਨੇ। ਔਰ ਜਿੱਥੇ ਪਾਤਸ਼ਾਹ ਦਾ ਇੰਨਾ ਜਸ ਸੀ, ਸਾਰਿਆਂ ਦੇ ਮਨਾਂ ਦੇ ਵਿੱਚ ਪਾਤਸ਼ਾਹ ਵਾਸਤੇ ਸਤਿਕਾਰ ਸੀ ਕਿ ਇਹ ਸਾਨੂੰ ਦਾਨ ਬੜਾ ਦਿੰਦੇ ਨੇ, ਬਸ ਜੀ ਉੱਥੇ ਤੇ ਭੀੜਾਂ ਲੱਗ ਗਈਆਂ। ਮਾਤਾ ਜੀ ਮਾਤਾ ਤ੍ਰਿਪਤਾ ਜੀ ਜਗਤ ਮਾਤਾ ਸੁਲੱਖਣੀ ਜੀ ਦੇ ਦਰਸ਼ਨ ਕਰਦੇ ਨੇ, ਆਪਣੇ ਪੁੱਤਰ ਤੋਂ ਬਲਿਹਾਰ ਜਾਂਦੇ ਨੇ। ਬਾਰ-ਬਾਰ ਇਹੀ ਕਹੀ ਜਾਂਦੇ ਨੇ, ਮੈਂ ਬਲਿਹਾਰ ਜਾਂਦੀ ਹਾਂ ਇਸ ਘੜੀ ਤੋਂ, ਮੈਂ ਬਲਿਹਾਰ ਜਾਂਦੀ ਹਾਂ ਇਸ ਘੜੀ ਤੋਂ, ਮੇਰਾ ਪੁੱਤਰ ਮੇਰੀ ਨੂੰਹ ਨੂੰ ਲੈ ਕੇ ਆਇਆ ਹੈ, ਮੈਂ ਤੇ ਬਲਿਹਾਰ ਜਾਂਦੀ ਹਾਂ ਆਪਣੇ ਪੁੱਤਰ ਤੋਂ। ਔਰ ਫਿਰ ਕਹਿੰਦੇ ਨੇ ਇਹਨਾਂ ਨੇ ਤੇ ਸਾਡੇ ਘਰ ਵਿੱਚ ਜਨਮ ਲੈ ਕੇ ਸਾਡੀਆਂ 21 ਕੁੱਲਾਂ ਧਾਰ ਦਿੱਤੀਆਂ ਨੇ। ਪਰ ਸੰਗਤ ਜੀ ਮਾਤਾ ਜੀ ਨੂੰ ਕੀ ਪਤਾ ਸੀ? ਮਾਤਾ ਜੀ ਨੂੰ ਇਹ ਨਹੀਂ ਪਤਾ ਕਿ ਪਾਤਸ਼ਾਹ ਤੇ ਪੂਰੇ ਜਗਤ ਨੂੰ ਤਾਰਨ ਵਾਸਤੇ ਆਏ ਸੀ। ਉਹਨਾਂ ਨੇ ਅਵਤਾਰ ਹੀ ਜਗਤ ਨੂੰ ਤਾਰਨ ਵਾਸਤੇ ਧਾਰਿਆ ਸੀ, ਅਵਤਾਰ ਧਾਰਿਆ ਸੀ। ਸੰਗਤ ਜੀ ਸਾਰੇ ਮਾਤਾ ਜੀ ਅੰਦਰ ਲੈ ਜਾਂਦੇ ਨੇ, ਜਗਤ ਮਾਤਾ ਸੁਲੱਖਣੀ ਜੀ ਨੂੰ ਅੰਦਰ ਲੈ ਜਾਂਦੇ ਨੇ, ਉਹਨਾਂ ਨੂੰ ਬਿਠਾਉਂਦੇ ਨੇ। ਬੜੇ ਸਾਰੇ ਜਿਹੜੇ ਕੁੱਲ ਦੀਆਂ ਰੀਤੀਆਂ ਰਿਵਾਜਾਂ ਹੁੰਦੀਆਂ ਨੇ, ਸਭ ਕੁੱਲ ਦੀਆਂ ਰੀਤੀਆਂ ਰਿਵਾਜਾਂ ਕਰਦੇ ਨੇ ਔਰ ਇੱਕ ਦੂਜੇ ਨੂੰ ਮਿਲਦੇ ਨੇ। ਉੱਥੇ ਇੰਨਾ ਖੁਸ਼ੀ ਦਾ ਮਾਹੌਲ, ਸ਼ਗਨਾਂ ਦੇ ਗੀਤ ਗਾਏ ਜਾ ਰਹੇ ਨੇ, ਇੱਕ ਦੂਜੇ ਨੂੰ ਸਭ ਵਧਾਈਆਂ ਦੇ ਰਹੇ ਨੇ। ਪਾਤਸ਼ਾਹ ਦੇ ਮਾਤਾ ਜੀ ਆਪਣੇ ਕੋਲ ਪਾਤਸ਼ਾਹ ਨੂੰ ਬਿਠਾਉਂਦੇ ਨੇ, ਆਪਣੇ ਪੁੱਤਰ ਨੂੰ ਆਪਣੇ ਕੋਲ ਬਿਠਾਉਂਦੇ ਨੇ। ਹੁਣ ਸੰਗਤ ਜੀ 2 ਘੜੀਆਂ ਪਾਤਸ਼ਾਹ ਮਾਤਾ ਜੀ ਦੇ ਕੋਲ ਬੈਠਦੇ ਨੇ। ਸੰਗਤ ਜੀ ਇੱਕ ਘੜੀ ਹੁੰਦੀ ਹੈ 24 ਮਿੰਟ ਦੀ, 2 ਘੜੀਆਂ ਪਾਤਸ਼ਾਹ ਮਾਤਾ ਜੀ ਦੇ ਕੋਲ ਬੈਠਦੇ ਨੇ। ਉਸ ਤੋਂ ਬਾਅਦ ਮਹਿਤਾ ਕਾਲੂ ਜੀ ਪਿਤਾ ਜੀ ਕਹਿੰਦੇ ਨਾਨਕ ਜੀ ਜਾਓ ਰਾਏ ਬੁਲਾਰ ਜੀ ਨੂੰ ਵੀ ਮਿਲ ਕੇ ਆਓ, ਉਹ ਤੁਹਾਨੂੰ ਬਹੁਤ ਪ੍ਰੇਮ ਕਰਦੇ ਨੇ, ਉਹ ਵੀ ਉਡੀਕਦੇ ਹੋਣਗੇ, ਜਾਓ ਤੁਸੀਂ ਰਾਏ ਬੁਲਾਰ ਜੀ ਨੂੰ ਮਿਲ ਕੇ ਆਓ। ਸੰਗਤ ਜੀ ਸਤਿਗੁਰੂ ਉੱਠਦੇ ਨੇ, ਆਪਣੇ ਨਾਲ ਕੁਝ ਆਪਣੇ ਸੇਵਕ ਲੈਂਦੇ ਨੇ, ਮਰਦਾਨਾ ਜੀ ਵੀ ਨਾਲ ਜਾਂਦੇ ਨੇ, ਭਾਈ ਮਰਦਾਨਾ ਜੀ ਵੀ ਨਾਲ ਜਾਂਦੇ ਨੇ,
ਤੇ ਸੰਗਤ ਜੀ ਉਹ ਜਾਂਦੇ ਨੇ ਰਾਏ ਬੁਲਾਰ ਜੀ ਨੂੰ ਮਿਲਣ ਵਾਸਤੇ। ਰਾਜਾ ਹੈ, ਹੁਣ ਰਾਜਾ ਹੈ ਤੇ ਰਾਜਾ ਨੂੰ ਵੀ ਮਿਲਣ, ਔਰ ਉਹ ਰਾਜਾ ਇਹੋ ਜਿਹਾ ਕਿ ਤਾਂਗ ਰਹਿੰਦੀ ਹੈ ਕਿ ਮੈਂ ਕਦੋਂ ਉਹਨਾਂ ਦੇ ਦਰਸ਼ਨ ਦੀਦਾਰੇ ਕਰਾਂ। ਸੰਗਤ ਜੀ ਉਹਨਾਂ ਦਾ ਰਾਏ ਬੁਲਾਰ ਜੀ ਦਾ ਕੋਈ ਸਰੀਰਕ ਸੰਬੰਧ ਨਹੀਂ ਸੀ, ਕੋਈ ਖੂਨ ਦਾ ਰਿਸ਼ਤਾ ਨਹੀਂ ਸੀ ਪਾਤਸ਼ਾਹ ਦੇ ਨਾਲ, ਪਰ ਪ੍ਰੇਮ ਉਹਨਾਂ ਦਾ ਇੰਨਾ ਸੀ ਕਿ ਪ੍ਰੇਮ ਸਾਰੀਆਂ ਹੱਦਾਂ ਪਾਰ ਕਰ ਗਿਆ ਸੀ। ਇੰਨੀ ਸ਼ਰਧਾ ਸੀ ਪਾਤਸ਼ਾਹ ਦੇ ਚਰਨਾਂ ਉੱਤੇ, ਇੰਨੀ ਸ਼ਰਧਾ ਸੀ ਕਿ ਆਪਣੇ ਤੋਂ ਦੂਰ ਨਹੀਂ ਭੇਜਣਾ ਚਾਹੁੰਦੇ ਸੀ, ਪਰ ਆਪਣੇ ਮਨ ਨੂੰ ਆਪਣੇ ਵੱਸ ਕਰਕੇ ਉਹਨਾਂ ਨੇ ਇਸ ਲਈ ਭੇਜਿਆ ਕਿ ਪਾਤਸ਼ਾਹ ਸੁਲਤਾਨਪੁਰ ਰਹਿਣਗੇ ਤੇ ਖੁਸ਼ ਰਹਿਣਗੇ, ਤੇ ਇਸ ਲਈ ਉਹਨਾਂ ਨੇ ਸੁਲਤਾਨਪੁਰ ਭੇਜਿਆ ਸੀ। ਹੁਣ ਪਾਤਸ਼ਾਹ ਜਾਂਦੇ ਨੇ ਆਪਣੇ ਸੇਵਕਾਂ ਦੇ ਨਾਲ ਰਾਜਾ ਰਾਏ ਬੁਲਾਰ ਜੀ ਨੂੰ ਮਿਲਣ ਵਾਸਤੇ। ਉੱਥੇ ਜਦੋਂ ਜਾਂਦੇ ਤੇ ਰਾਏ ਬੁਲਾਰ ਜੀ ਆਪਣੀ ਸਭਾ 'ਚ ਬੈਠੇ ਹੁੰਦੇ ਨੇ। ਹੁਣ ਸੰਗਤ ਜੀ ਅਨਐਕਸਪੈਕਟਿਡ ਅਗਰ ਸਾਡਾ ਗੁਰੂ ਸਾਹਮਣੇ ਸਾਡੇ ਆ ਜਾਏ ਔਰ ਆਪ ਹੋ ਕੇ ਆ ਜਾਏ ਸਾਨੂੰ ਦਰਸ਼ਨ ਦੇਣ ਵਾਸਤੇ, ਸੰਗਤ ਜੀ, ਔਰ ਜਿਹੜਾ ਭਗਤ ਇੰਨਾ ਪ੍ਰੇਮ ਕਰਦਾ ਹੋਏ ਉਹਦਾ ਕੀ ਹਾਲ ਹੋਏਗਾ। ਸੰਗਤ ਜੀ ਜਦੋਂ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ, ਜਿਸ ਤਰ੍ਹਾਂ ਹੀ ਰਾਏ ਬੁਲਾਰ ਜੀ ਨੇ ਦੇਖਿਆ ਆਪਣੀ ਸਭਾ ਦੇ ਵਿੱਚ, ਉਹ ਬੈਠੇ ਹੋਏ ਸੀ ਆਪਣੀ ਸਭਾ ਦੇ ਵਿੱਚ, ਜਿਸ ਤਰ੍ਹਾਂ ਹੀ ਉਹਨਾਂ ਨੇ ਦੇਖਿਆ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆ ਰਹੇ ਨੇ ਉਹਨਾਂ ਦੇ ਵੱਲ, ਉਹ ਤੇ ਸੰਗਤ ਜੀ ਆਪਣੇ ਆਸਨ ਤੋਂ ਖੜੇ ਹੋ ਗਏ। ਦਰਸ਼ਨ ਕਰਕੇ ਉਹਨਾਂ ਦਾ ਅੰਗ ਅੰਗ ਖਿਲ ਗਿਆ। ਸੰਗਤ ਜੀ ਕੋਈ ਵੀ ਗੱਲ ਕਰਦੇ ਹੁੰਦੇ ਸੀ ਨਾ ਰਾਏ ਬੁਲਾਰ ਜੀ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ, ਉਹਨਾਂ ਦਾ ਨਾਮ ਲੈਣਾ ਸਤਿਗੁਰਾਂ ਦਾ, ਤੇ ਉਹਨਾਂ ਦੇ ਅੱਖਾਂ ਦੇ ਵਿੱਚ ਜਲ ਆ ਜਾਂਦਾ ਹੁੰਦਾ ਸੀ। ਔਰ ਸੋਚੋ ਜਦੋਂ ਪਾਤਸ਼ਾਹ ਨੂੰ ਆਪਣੇ ਸਾਹਮਣੇ ਦੇਖਿਆ ਤੇ ਉਹਨਾਂ ਦਾ ਕੀ ਹਾਲ ਹੋਇਆ ਹੋਵੇਗਾ। ਅੱਖਾਂ 'ਚ ਜਲ ਆ ਗਿਆ, ਨੇਤਰਾਂ 'ਚ ਜਲ ਆ ਗਿਆ, ਸਾਹਮਣੇ ਆਪਣੇ ਆਸਨ ਤੋਂ ਉੱਠ ਗਏ। ਸੰਗਤ ਜੀ ਹੁਣ ਰਾਏ ਬੁਲਾਰ ਜੀ ਉਮਰ ਤੋਂ ਵੀ ਵੱਡੇ ਸੀ ਪਾਤਸ਼ਾਹ ਤੋਂ, ਕਰੀਬ 50 ਸਾਲ ਤੋਂ ਉੱਤੇ ਉਮਰ ਸੀ, ਔਰ ਪਾਤਸ਼ਾਹ ਦੀ ਇਸ ਸਮੇਂ ਸਰੀਰਕ ਆਯੂ ਪਾਤਸ਼ਾਹ ਦੀ 17-18 ਸਾਲ ਦੀ ਸੀ। ਸੰਗਤ ਜੀ ਸਾਰੇ ਵੇਖ ਕੇ ਇੰਨੇ ਆਨੰਦ ਵਿੱਚ ਆ ਗਏ, ਸਤਿਗੁਰੂ ਨੂੰ ਦੇਖ ਕੇ ਰਾਏ ਬੁਲਾਰ ਜੀ ਦੇ ਨੇਤਰਾਂ 'ਚੋਂ ਜਲ ਵਗਣ ਲੱਗ ਗਿਆ। ਔਰ ਰਾਏ ਬੁਲਾਰ ਜੀ ਰਾਜਾ ਸੀ, ਉਮਰ ਤੋਂ ਵੱਡੇ ਸੀ, ਤੇ ਪਾਤਸ਼ਾਹ ਜਾ ਕੇ ਉਹਨਾਂ ਦੇ ਚਰਨਾਂ ਨੂੰ ਹੱਥ ਲਗਾਉਣ ਲੱਗੇ, ਪਰ ਰਾਏ ਬੁਲਾਰ ਜੀ ਨੇ ਫਟਾਫਟ ਜਲਦੀ ਪਾਤਸ਼ਾਹ ਨੂੰ ਫੜ ਲਿਆ ਔਰ ਆਪਣੇ ਸੀਨੇ ਨਾਲ ਲਗਾ ਲਿਆ। ਹੁਣ ਸੰਗਤ ਜੀ ਪਾਤਸ਼ਾਹ ਦਾ ਕੱਦ ਵੀ ਵੱਡਾ ਹੋ ਗਿਆ ਸੀ, 17-18 ਸਾਲ ਦੇ ਪਾਤਸ਼ਾਹ ਹੋ ਗਏ ਸੀ, ਮੁਖੜੇ ਤੇ ਦਾੜਾ ਪ੍ਰਕਾਸ਼ਮਾਨ ਹੋ ਗਿਆ ਸੀ। ਸਾਰੇ ਵੇਖ ਕੇ ਕਹ ਰਹੇ ਸਾਡੇ ਨਾਨਕ ਜੀ ਕਿੰਨੇ ਵੱਡੇ ਹੋ ਗਏ, ਸਾਡੇ ਨਾਨਕ ਜੀ ਕਿੰਨੇ ਵੱਡੇ ਹੋ ਗਏ। ਤੇ ਸੰਗਤ ਜੀ ਜਦੋਂ ਰਾਏ ਬੁਲਾਰ ਜੀ ਨੇ ਆਪਣੇ ਸੀਨੇ ਨਾਲ ਲਗਾ ਰਿਆ ਤੇ ਪਾਤਸ਼ਾਹ ਦਾ ਮੁਖ ਰਾਏ ਬੁਲਾਰ ਜੀ ਦੇ ਕੰਨ ਦੇ ਕੋਲ ਸੀ, ਤੇ ਹੌਲੀ ਜੀ ਪਾਤਸ਼ਾਹ ਉਹਨਾਂ ਦੇ ਕੰਨ 'ਚ ਪੁੱਛਦੇ ਹੈ, ਰਾਜਾ ਜੀ ਸੁਖ ਸਾਂਦ ਹੈ, ਕੀ ਹਾਲ ਹੈ ਤੁਹਾਡਾ। ਸੰਗਤ ਜੀ ਉਹਨਾਂ ਦੇ ਤੇ ਪੁੱਛਣ ਦੀ ਦੇਰ ਸੀ, ਰਾਏ ਬੁਲਾਰ ਜੀ ਦਾ ਤੇ ਕੰਠ ਭਰ ਗਿਆ, ਬੈਰਾਗੀ ਹੋ ਗਏ, ਕੰਠ ਤੋਂ ਕੋਈ ਸ਼ਬਦ ਨਾ ਨਿਕਲੇ, ਬੋਲਿਆ ਨਾ ਜਾਏ। ਇੰਨਾ ਖੁਸ਼ੀ 'ਚ ਇੰਨਾ ਬੈਰਾਗ ਕਿ ਉਹਨਾਂ ਕੋਲ ਬੋਲਿਆ ਨਾ ਜਾਏ। ਪਾਤਸ਼ਾਹ ਨੂੰ ਉਹਨਾਂ ਨੇ ਆਪਣੇ ਸਿਰਹਾਣੇ ਵਾਲੇ ਪਾਸੇ ਬਿਠਾਇਆ, ਆਪ ਚਰਨਾਂ ਵਾਲੇ ਪਾਸੇ ਬੈਠ ਗਏ। ਸੰਗਤ ਜੀ ਜਿਹੜੇ ਸਿਆਣੇ ਹੁੰਦੇ ਸੀ ਉਹ ਹਮੇਸ਼ਾ ਆਪਣੇ ਤੋਂ ਵੱਡੇ ਨੂੰ ਸਿਰਹਾਣੇ ਵਾਲੇ ਪਾਸੇ ਬਿਠਾਉਂਦੇ ਸੀ ਔਰ ਆਪ ਹਮੇਸ਼ਾ ਚਰਨਾਂ ਵਾਲੇ ਪਾਸੇ ਬੈਠਦੇ ਸੀ। ਹਿਰਦੇ ਦੇ ਵਿੱਚ ਜੋ ਰਾਏ ਬੁਲਾਰ ਜੀ ਦੇ ਖੁਸ਼ੀ ਸੀ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਸੀ। ਕਿਉਂਕਿ ਜਿਨ੍ਹਾਂ ਦਾ ਧਿਆਨ ਉਹ ਅੱਠੋਂ ਪੈਰ ਰੱਖਦੇ ਸੀ, ਅੱਜ ਉਹ ਆਪ ਹੋ ਕੇ ਉਹਨਾਂ ਨੂੰ ਦਰਸ਼ਨ ਦੇਣ ਆਏ ਨੇ। ਹੁਣ ਸੰਗਤ ਜੀ ਆਪਣੇ ਆਪ 'ਚ ਕੰਟਰੋਲ ਕਰਨਾ, ਆਪਣੀ ਖੁਸ਼ੀ ਤੇ ਕਾਬੂ ਪਾਣਾ ਸਮੇਂ ਲੱਗਾ, ਇੱਕ ਘੜੀ ਸਮੇਂ ਲੱਗਾ
एक घड़ी ना राय बुलार जी कुछ बोल पाए और पातशाह भी शांत बैठे रहे। राय बुलार जी का यह हाल सी मानो उन्होंने अज अमृत मिल गया है। पातशाह दे दर्शन करके उन्हों दा ते तन मन निहाल हो गया। और वो भी जदों तो पातशाह गए सी तलवंडी तो उस तो बाद अज पहली बार तलवंडी वापस आए ने। पातशाह दा इन्ना सुंदर स्वरूप वेख के मुखड़े ते दाड़ा प्रकाशमान सी, उन्हां दा स्वरूप देख के उन्हां दी कद काठी देख के इन्ने मोहित हो गए। ऐदां उन्हां वल वेखी जा रहे सी, अख नहीं झमक रहे सी कि मैं अख झमकांगा ते ओ समय व्यर्थ जाएगा। मैं अपने मालिक नूं रज रज के देख ला, मैं अपने मालिक नूं रज रज के देख ला। कुछ नहीं बोल रहे। एक घड़ी बीती, एक घड़ी बीती, उन्होंने अपने अपने वस च आए। फिर बड़े प्यार दे नाल राय बुलार जी ने पूछया, मैनू सारा वरतांत दसो, आप जी दा ब्याह किस तरह होया, कदों केड़ा कारज होया, मैनू तुहाडियां ब्याह दियां सारियां गल्लां सुननियां ने। संगत जी पातशाह ते कुछ नहीं बोले। जल्दी नाल भाई मर्दाना जी बोले, कहंदे राजा जी तुहानू मैं दसदा है, राजा जी मैं दसदा है, एहो जिहा विआह, एहो जी शोभा, एहो जिहा आनंद ते किसी अज तक किसी दे विआह च ते बनिया ही नहीं। मैं राजा जी इन्ने वड्डे वड्डे खत्रियां दे विआह देखे ने, मैं इन्ने वड्डे वड्डे ब्राह्मणां दे विआह देखे सुने ने, पर एहो जिहा आनंद, एहो जिहा आनंद किते नहीं बनिया। कहंदे दौलत खां को जो जो वस्तुआं मंगियां दौलत खां ने सारियां दिल खोल के दित्तियां। और पिताजी ने भी खूब उत्थे माया वंडी, पिताजी ने भी बड़ा खुला खर्चा किया। इस तरह दी बरात दी चढ़ाई हुई कि सुल्तानपुर दे घर घर च मेरे मालिक दा मेरे 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 सतगुरां दा जस होया। एहो जी बरात ते मैं किते देखी नहीं। और राजा जी दोनों पासियां तो पूरियां मर्यादा दे नाल पूरी कुलां दियां रीतियां निभाईयां गईयां। और एहो जिहा विआह, एहो जिहा आनंद अज तक किसी विआह च नहीं आया। हुण संगत जी एहो जिहा गल्लां सुन के राय बुलार जी दे मन नूं बड़ी प्रसन्नता मिली। बहुत खुश होए कि मेहता कालू जी ने खुला खर्चा किया है, कुछ उत्थे उन्होंने कंजूसी नहीं की, और सारी जगह मेरे मालिक दा जस होया, मेरे मालिक दी सिफत सलाह हुई है। ये सुन के राय बुलार जी बहुत खुश होए और कहंदे मेहता कालू शाबाश, शाबाश मेहता कालू, का सारे कारज बड़े सोहने कीते ने। संगत जी वो इस तरह शाबाश कर रहे सी जिस तरह अपने घर दे कारज विच कोई बाहर दा आके पूरी जिम्मेवारी दे नाल बहुत सोहने तरीके दे नाल अगे हो के सारे काम करदा है और शाबाशी दा पात्र बनदा है। ते उन्हां नूं ऐदां प्रतीत हो रहा सी। उसे तरीके नाल राय बुलार जी ने कहा, कहंदे मेहता कालू शाबाश, तू बहुत वधिया काम कीता है। संगत जी राय बुलार जी नूं मिल के पातशाह वापस घर आंदे ने। माता तृप्ता जी जो कि रजे नहीं अपने पुत्र नूं वेख वेख के, उन्हां नूं है कि मैं अपने पुत्र नूं अपने कोल बिठा के प्रशादा छकावां। संगत जी बड़े तरह के उन्होंने भोजन बनाए ने, बड़े तरह के उन्होंने पकवान तैयार करवाए ने। अपने कोल अपने पुत्र नूं बिठा के उन्होंने प्रशादा छकाया। बाकी सारिਆਂ ने भी प्रशादा छकिया। प्रशादा छक के सारिਆਂ ने रात नूं विश्राम किया। संगत जी दिन चढ़िया, अमृत वेले पातशाह उठे, स्नान करके तैयार होके पातशाह बैठ गए और पातशाह ने दास भेज के क्या कि जाओ तुसी। संगत जी हरदयाल जी ते नाल गए सी, पुरोहित जी ते विआह दे विच गए सी नाल, ते उन्होंने पुरोहित जी नूं क्या जदों तैयार हो गए सवेरे ते पुरोहित जी नूं कहंदे ने हरदयाल पुरोहित जी मंगो तुसी अज की मंगदे हो, अज तुसी मंगो
ਔਰ ਹਾਂ, ਆਲਸ ਨਾ ਕਰਿਓ, ਜਲਦੀ ਜਲਦੀ ਮੰਗ ਲਓ ਜੋ ਤੁਸੀਂ ਮੰਗਣਾ ਹੈ। ਹੁਣ ਸੰਗਤ ਜੀ, ਹਰਦਿਆਲ ਜੀ ਤੇ ਪਹਿਲਾਂ ਹੀ ਜਦੋਂ ਤੋਂ ਉਹਨਾਂ ਦੇ ਦਰਸ਼ਨ ਕੀਤੇ ਸੀ, ਪੱਤਰੀ ਵੀ ਦੇਖੋ ਹਰਦਿਆਲ ਜੀ ਨੇ ਬਣਾਈ ਸੀ ਔਰ ਸਾਰੇ ਲੱਛਣ ਪਿਤਾ ਜੀ ਨੂੰ ਦੱਸੇ ਸੀ ਕਿ ਇਹ ਕੋਈ ਆਮ ਬਾਲਕ ਨਹੀਂ ਹੈ, ਇਹ ਤੇ ਕੋਈ ਅਵਤਾਰੀ ਪੁਰਸ਼ ਨੇ। ਜਦੋਂ ਤੋਂ ਉਹਨਾਂ ਦੇ ਪਹਿਲੀ ਵਾਰ ਦਰਸ਼ਨ ਕੀਤੇ ਸੀ ਔਰ ਉਹਨਾਂ ਦੀ ਸ਼ਰਧਾ ਪਾਤਸ਼ਾਹ ਦੇ ਉੱਤੇ ਵੱਜ ਗਈ ਸੀ। ਪਾਤਸ਼ਾਹ ਕਹਿੰਦੇ ਨੇ ਹਰਦਿਆਲ ਪੁਰੋਹਿਤ ਜੀ, ਮੰਗ ਲਓ ਤੁਸੀਂ ਜੋ ਮੰਗਣਾ ਹੈ। ਤੇ ਹਰਦਿਆਲ ਪੁਰੋਹਿਤ ਜੀ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ, ਹੱਥ ਜੋੜ ਲੈਂਦੇ ਨੇ, ਕਹਿੰਦੇ ਆ ਪਾਤਸ਼ਾਹ, ਮੈਂ ਗਰੀਬ ਤੁਹਾਡੇ ਕੋ ਕੀ ਮੰਗ ਸਕਦਾ ਹੈ? ਪਾਤਸ਼ਾਹ, ਮੈਂ ਗਰੀਬ ਤੁਹਾਡੇ ਕੋ ਕੀ ਮੰਗ ਸਕਦਾ ਹੈ? ਤੁਸੀਂ ਤੇ ਐਨੇ ਵੱਡੇ ਹੋ ਪਾਤਸ਼ਾਹ, ਐਨੇ ਵੱਡੇ ਹੋ ਪਾਤਸ਼ਾਹ, ਤੁਹਾਡੀ ਤੇ ਕੋਈ ਮਹਿਮਾ ਜਾਣ ਹੀ ਨਹੀਂ ਸਕਦਾ। ਜਿੰਨੀ ਕੁ ਤੁਸੀਂ ਆਪਣੀ ਮਹਿਮਾ ਮੈਨੂੰ ਜਣਾਈ ਹੈ ਪਾਤਸ਼ਾਹ, ਉਨੀ ਕੁ ਮੈਂ ਆਪਣੀ ਮਹਿਮਾ, ਉਹਨਾਂ ਕੁ ਮੈਨੂੰ ਸਮਝ ਆਇਆ ਹੈ ਪਾਤਸ਼ਾਹ ਕਿ ਆਪ ਤੁਸੀਂ ਆਮ ਪੁਰਸ਼ ਨਹੀਂ ਹੋ, ਤੁਸੀਂ ਅਵਤਾਰ ਹੋ, ਤੁਸੀਂ ਰੱਬ ਦਾ ਰੂਪ ਹੋ, ਤੁਸੀਂ ਆਪ ਪਰਮੇਸ਼ਵਰ ਹੋ। ਕਹਿੰਦੇ ਪਾਤਸ਼ਾਹ, ਮੈਂ ਤੁਹਾਡੇ ਕੋ ਕੀ ਮੰਗਾ? ਮੈਂ ਸੰਸਾਰਿਕ ਗੱਲਾਂ ਤੁਹਾਡੇ ਕੋ ਕੀ ਮੰਗ ਸਕਦਾ? ਪਾਤਸ਼ਾਹ, ਤੁਸੀਂ ਤੇ ਕਾਰਨ ਵੀ ਤੁਸੀਂ ਹੋ, ਕਰਤਾ ਵੀ ਤੁਸੀਂ ਹੋ, ਕਾਰਜ ਵੀ ਤੁਸੀਂ ਹੋ। ਪਾਤਸ਼ਾਹ, ਦੁਨੀਆ ਦੇ ਵਿੱਚ ਪੂਰੇ ਧਰਤੀ ਤੇ ਜਿੰਨੀਆਂ ਵੀ ਗੱਲਾਂ ਹੋ ਰਹੀਆਂ ਪਾਤਸ਼ਾਹ, ਉਹ ਤੁਸੀਂ ਕਰ ਰਹੇ ਹੋ ਪਾਤਸ਼ਾਹ, ਉਹਨਾਂ ਦਾ ਕਾਰਨ ਵੀ ਆਪ ਹੋ। ਜਿੰਨੇ ਵੀ ਕਾਰਜ ਧਰਤੀ ਤੇ ਹੋ ਰਹੇ ਨੇ, ਉਹ ਕਾਰਜ ਕਰਾਉਣ ਵਾਲੇ ਵੀ ਆਪ ਹੋ ਪਾਤਸ਼ਾਹ, ਔਰ ਕਾਰਜ ਕਰਨ ਵਾਲੇ ਵੀ ਆਪ ਹੋ ਪਾਤਸ਼ਾਹ। ਪਾਤਸ਼ਾਹ, ਜਿੰਨੀ ਕੁ ਤੁਸੀਂ ਮੈਨੂੰ ਬੁੱਧੀ ਬਖਸ਼ੀ ਹੈ ਪਾਤਸ਼ਾਹ, ਜਿੰਨੀ ਕੁ ਪਾਤਸ਼ਾਹ ਮੈਨੂੰ ਤੁਸੀਂ ਬੁੱਧੀ ਬਖਸ਼ੀ ਹੈ, ਮੈਨੂੰ ਤੇ ਪਾਤਸ਼ਾਹ ਇਹੀ ਪਤਾ ਚੱਲਿਆ ਹੈ ਕਿ ਆਪ ਹੀ ਚਾਰੋਂ ਪਾਸੇ ਆਪ ਹੀ ਵਰਤ ਰਹੇ ਹੋ। ਕਣ ਕਣ 'ਚ ਤੁਸੀਂ ਆਪ ਵਰਤ ਰਹੇ ਹੋ ਪਾਤਸ਼ਾਹ। ਇਹ ਜਿਹੜੀ ਧਰਤੀ ਹੈ, ਇਹ ਧਰਤੀ ਤੇ ਜੋ ਵੀ ਕੁਝ ਹੋ ਰਿਹਾ ਹੈ ਪਾਤਸ਼ਾਹ, ਉਹ ਤੁਸੀਂ ਆਪ ਹੀ ਕਰ ਰਹੇ ਹੋ। ਹਰ ਇੱਕ ਚੀਜ਼ 'ਚ ਆਪ ਹੀ ਤੁਸੀਂ ਵਰਤ ਰਹੇ ਹੋ ਪਾਤਸ਼ਾਹ। ਉਹ ਜਿਹੜਾ ਬ੍ਰਹਮ ਹੈ ਨਾ, ਉਹ ਜਿਹੜਾ ਪਾਰ ਬ੍ਰਹਮ ਹੈ, ਉਹ ਜਿਹੜਾ ਆਦ ਹੈ, ਜਿਹੜਾ ਸਾਰੇ ਤੋਂ ਪੁਰਾਣਾ ਹੈ ਪਾਤਸ਼ਾਹ, ਤੁਸੀਂ ਤੇ ਉਹਦਾ ਰੂਪ ਧਾਰਨ ਕਰਕੇ ਆਏ ਹੋ ਪਾਤਸ਼ਾਹ। ਪਾਤਸ਼ਾਹ, ਮੈਂ ਤੁਹਾਡੇ ਕੋਲ ਕੀ ਮੰਗਾ? ਮੈਂ ਕੀ ਮੰਗਾ? ਜਦੋਂ ਤੋਂ ਸਤਿਗੁਰੂ ਤੁਸੀਂ ਮੈਨੂੰ, ਮੇਰੀ ਆਤਮਾ ਨੂੰ ਜਨੇਊ ਪਾਇਆ ਹੈ। ਸੰਗਤ ਜੀ, ਜਦੋਂ ਜਨੇਊ ਦੀ ਰਸਮ ਹੋਈ ਸੀ, ਉਦੋਂ ਪੁਰੋਹਿਤ ਜੀ ਨੂੰ ਉਪਦੇਸ਼ ਦਿੱਤੇ ਸੀ ਪਾਤਸ਼ਾਹ ਨੇ ਕਿ ਪੁਰੋਹਿਤ ਜੀ, ਸਰੀਰ ਨੂੰ ਜਨੇਊ ਨਹੀਂ ਪਾਣਾ, ਆਤਮਾ ਨੂੰ ਜਨੇਊ ਪਾਓ। ਤੇ ਸੰਗਤ ਜੀ, ਪੁਰੋਹਿਤ ਜੀ ਹੁਣ ਕਹਿੰਦੇ ਪਾਤਸ਼ਾਹ, ਜਦੋਂ ਤੋਂ ਤੁਸੀਂ ਮੇਰੀ ਆਤਮਾ ਨੂੰ ਜਨੇਊ ਪਾਇਆ ਹੈ ਪਾਤਸ਼ਾਹ, ਮੇਰਾ ਮਨ ਤੇ ਟਿਕ ਗਿਆ ਹੈ। ਸੰਗਤ ਜੀ, ਮਨ ਟਿਕਣਾ ਹੀ ਸਾਰਿਆਂ ਨਾਲੋਂ ਔਖਾ ਹੈ। ਮਨ ਕਿੰਨਾ ਭਟਕਦਾ ਹੈ। ਕਹਿੰਦੇ ਪਾਤਸ਼ਾਹ, ਜਦੋਂ ਤੋਂ ਤੁਸੀਂ ਮੇਰੀ ਆਤਮਾ ਨੂੰ ਜਨੇਊ ਪਾਇਆ ਹੈ, ਮੇਰਾ ਮਨ ਟਿਕ ਗਿਆ ਹੈ। ਮੇਰਾ ਮਨ ਤੇ 24 ਘੰਟੇ ਆਪ ਜੀ ਦੇ ਚਰਨਾਂ ਦੇ ਵਿੱਚ ਟਿਕਿਆ ਰਹਿੰਦਾ ਹੈ ਪਾਤਸ਼ਾਹ। ਮੈਂ ਤੁਹਾਡੇ ਕੋਲ ਕੀ ਮੰਗ ਸਕਦਾ ਹੈ ਪਾਤਸ਼ਾਹ? ਤੁਸੀਂ ਤੇ ਬਿਨਾਂ ਮੰਗੇ ਹੀ ਮੈਨੂੰ ਸਭ ਕੁਝ ਦੇ ਦਿੱਤਾ ਹੈ। ਪਰ ਸੰਗਤ ਜੀ ਕਹਿੰਦੇ ਨੇ ਪਾਤਸ਼ਾਹ, ਜਦੋਂ ਮੈਂ ਪਹਿਲੀ ਵਾਰ ਤੁਹਾਡੇ ਦਰਸ਼ਨ ਕੀਤੇ ਨਾ, ਮੈਂ ਪਾਤਸ਼ਾਹ ਘਰ ਜਾ ਕੇ ਮੈਂ ਆਪਣੇ ਪ੍ਰਭੂ ਨੂੰ ਅਰਦਾਸ ਕੀਤੀ ਸੀ ਕਿ हे ਪ੍ਰਭੂ, ਮੈਨੂੰ ਇੰਨੀ ਉਮਰ ਬਖਸ਼ ਕਿ ਮੈਂ ਨਾਨਕ ਜੀ ਦੇ ਚੋਜ, ਇਹਨਾਂ ਦੀ ਲੀਲਾ ਆਪਣੇ ਅੱਖੀਂ ਵੇਖ ਸਕਾਂ। ਔਰ ਪਾਤਸ਼ਾਹ, ਅੱਜ ਮੈਂ ਤੁਹਾਡੀ ਲੀਲਾ ਵੇਖ ਰਿਹਾ ਹਾਂ। ਔਰ ਸੰਗਤ ਜੀ, ਉੱਥੇ ਸਾਰੇ ਆਏ ਹੁੰਦੇ ਨੇ ਨਾ, ਵਿਆਹ ਦਾ ਮਾਹੌਲ, ਹੁਣ ਸਾਰੇ ਆਏ, ਸਾਰਿਆਂ ਵੱਲ ਵੇਖ ਕੇ ਹੱਥ ਕਰਕੇ ਕਹਿੰਦੇ ਪਾਤਸ਼ਾਹ, ਇਹ ਤੇ ਤੁਹਾਡੀ ਬਾਹਰੀ ਲੀਲਾ ਹੈ ਪਾਤਸ਼ਾਹ। ਮੈਂ ਤੇ ਤੁਹਾਡੀ ਬਾਹਰੀ ਲੀਲਾ ਦੇ ਵਿੱਚ ਵੀ ਮੈਨੂੰ ਬੜਾ ਸੁੱਖ ਪ੍ਰਾਪਤ ਹੋ ਰਿਹਾ ਹੈ ਪਾਤਸ਼ਾਹ। ਇਹ ਤੁਹਾਡੀ ਮਹਿਮਾ ਤੁਸੀਂ ਜਾਣ ਸਕਦੇ ਹੋ ਪਾਤਸ਼ਾਹ। ਮੈਂ ਤੁਹਾਡੀ ਲੀਲਾ ਆਪਣੇ ਅੱਖੀਂ ਵੇਖ ਰਿਹਾ ਹਾਂ। ਹਾਂ ਪਾਤਸ਼ਾਹ, ਜੇ ਹੁਣ ਤੁਸੀਂ ਮੇਰੇ ਤੇ ਦਇਆਵਾਨ ਹੋਏ ਹੋ ਨਾ, ਜੇ ਤੁਸੀਂ ਮੇਰੇ ਤੇ ਦਇਆਵਾਨ ਹੋਏ ਹੋ ਔਰ ਤੁਸੀਂ ਮੈਨੂੰ ਕਿਹਾ ਹੈ ਕਿ ਮੰਗ ਲੈ, ਤੇ ਮੈਂ ਆਮ ਮਨੁੱਖਾਂ ਵਾਂਗੂ ਸੰਸਾਰਿਕ ਚੀਜ਼ਾਂ ਨਹੀਂ ਮੰਗਦਾ ਪਾਤਸ਼ਾਹ। ਮੈਂ ਬਜ਼ੁਰਗ ਹੋ ਗਿਆ, ਮੇਰਾ ਸਰੀਰ ਕਮਜ਼ੋਰ ਹੋ ਗਿਆ ਹੈ। ਜੇ ਪਾਤਸ਼ਾਹ ਤੁਸੀਂ ਮੈਨੂੰ ਕੁਝ ਦੇਣਾ ਚਾਹੁੰਦੇ ਹੋ ਨਾ ਪਾਤਸ਼ਾਹ, ਮੈਨੂੰ ਮੁਕਤੀ ਦੇ ਦਿਓ। ਮੇਰੇ ਇਸ ਸਰੀਰ ਨੂੰ, ਮੇਰੀ ਇਸ ਆਤਮਾ ਨੂੰ, ਇਸ ਮੇਰੇ ਸਰੀਰ ਤੋਂ ਮੁਕਤ ਕਰ ਦਿਓ ਪਾਤਸ਼ਾਹ। ਮੈਨੂੰ ਮੁਕਤੀ ਦਾ ਦਾਨ ਬਖਸ਼ ਦਿਓ ਪਾਤਸ਼ਾਹ।
ਹੱਥ ਜੋੜ ਕੇ ਖੜੇ ਨੇ, ਪਾਤਸ਼ਾਹ ਮੈਨੂੰ ਮੁਕਤੀ ਦੇ ਦਿਓ। ਔਰ ਸੰਗਤ ਜੀ, ਪਾਤਸ਼ਾਹ ਦਇਆ ਦੇ ਘਰ 'ਚ ਆ ਜਾਂਦੇ ਨੇ। ਪਾਤਸ਼ਾਹ ਕਹਿੰਦੇ ਨੇ ਹਰਦਿਆਲ ਜੀ, ਪੁਰੋਹਿਤ ਜੀ, ਤੁਸੀਂ ਧਨ ਹੋ, ਤੁਹਾਡੀ ਬੁੱਧੀ ਧਨ ਹੈ, ਤੁਹਾਨੂੰ ਹੁਣ ਹਉਮੈ ਨਹੀਂ ਰਿਹਾ, ਤੁਹਾਨੂੰ ਹੁਣ ਸਰੀਰ ਦਾ ਮੋਹ ਨਹੀਂ ਰਿਹਾ। ਫਿਰ ਉਹਨਾਂ ਨੂੰ ਕਹਿੰਦੇ ਜਦੋਂ ਤੁਸੀਂ ਆਪਣਾ ਸਰੀਰ ਤਿਆਗੋਗੇ ਤੇ ਤੁਸੀਂ ਸਿੱਧਾ ਸੱਚਖੰਡ ਵਿੱਚ ਆਓਗੇ, ਤੁਹਾਨੂੰ ਮੁਕਤੀ ਪ੍ਰਾਪਤ ਹੋਏਗੀ। ਸੰਗਤ ਜੀ, ਜੇ ਪਾਤਸ਼ਾਹ ਨੇ ਕਹਿ ਦਿੱਤਾ ਮੁਕਤੀ ਪ੍ਰਾਪਤ ਹੋਏਗੀ ਤੇ ਮੁਕਤੀ, ਸੰਗਤ ਜੀ, ਪਾਤਸ਼ਾਹ ਦੇ ਤੇ ਬਚਨ ਇਹ ਅਟਲ ਹੈ। ਔਰ ਪਾਤਸ਼ਾਹ ਨੇ ਇਹੋ ਜੀ ਕਿਰਪਾ ਦ੍ਰਿਸ਼ਟੀ ਪੁਰੋਹਿਤ ਜੀ ਤੇ ਪਾਈ ਕਿ ਪੁਰੋਹਿਤ ਜੀ ਦੇ ਅੰਦਰ ਤੇ ਬ੍ਰਹਮ ਹੀ ਹੋ ਗਿਆ। ਉਹਨਾਂ ਨੂੰ ਤੇ ਗਿਆਨ ਪ੍ਰਾਪਤ ਹੋ ਗਿਆ। ਪੁਰੋਹਿਤ ਜੀ ਨੂੰ ਉਹਨਾਂ ਦੇ ਅੰਦਰ ਬ੍ਰਹਮ ਵਰਤ ਗਿਆ। ਸੰਗਤ ਜੀ, ਉਹਨਾਂ ਦੇ ਹਿਰਦੇ ਦੇ ਵਿੱਚ ਨਾਮ ਚੱਲਣਾ ਸ਼ੁਰੂ ਹੋ ਗਿਆ। ਸੰਗਤ ਜੀ, ਵਧਾਈ ਲੈਣ ਆਏ ਸੀ ਔਰ ਪਾਤਸ਼ਾਹ ਨੇ ਉਹਨਾਂ ਨੂੰ ਇਹੋ ਜੀ ਦਾਤ ਦੇ ਕੇ ਭੇਜਿਆ ਕਿ ਜੋ ਕਿ ਕਿੰਨੀ ਵੱਡਮੁੱਲੀ ਦਾਤ ਸੀ, ਜਿਹਦੇ ਨਾਲ ਉਹਨਾਂ ਨੂੰ ਮੁਕਤੀ ਮਿਲਣੀ ਸੀ। ਸੰਗਤ ਜੀ, ਹਰਦਿਆਲ ਜੀ ਆਪਣੀ ਝੋਲੀ ਭਰ ਕੇ ਪਾਤਸ਼ਾਹ ਦੇ ਕੋਲੋਂ ਗਏ। ਹੁਣ ਪਾਤਸ਼ਾਹ ਮਰਦਾਨਾ ਜੀ ਨੂੰ ਕਹਿੰਦੇ ਮਰਦਾਨਿਆ, ਜਾਓ ਸਾਡੇ ਪੁਰਾਣਿਆਂ ਨੂੰ ਬੁਲਾ ਕੇ ਲਿਆਓ, ਸਾਡੇ ਸਾਰੇ ਪੁਰਾਣਿਆਂ ਨੂੰ ਸੱਦੋ, ਪਾਂਧਾ ਜੀ ਨੂੰ ਬੁਲਾ ਕੇ ਲਿਆਓ, ਮੌਲਾਨਾ ਜੀ ਨੂੰ ਬੁਲਾ ਕੇ ਲਿਆਓ, ਕੀ ਕਹਿੰਦੇ ਨੇ, ਵੈਦ ਜੀ ਨੂੰ ਬੁਲਾ ਕੇ ਲਿਆਓ, ਸਾਰੇ ਸਾਡੇ ਪੁਰਾਣਿਆਂ ਨੂੰ ਬੁਲਾ ਕੇ ਲਿਆਓ। ਸੰਗਤ ਜੀ, ਇੱਥੇ ਪੁਰਾਣਿਆਂ ਦਾ ਮਤਲਬ ਬਚਪਨ 'ਚ ਦਾ ਨਹੀਂ ਹੈ ਕਿ ਜਿਨ੍ਹਾਂ ਨੂੰ ਬਚਪਨ ਤੇ ਜਾਣਦੇ ਨੇ। ਇਹਨਾਂ ਦਾ ਸੰਬੰਧ ਪਤਾ ਨਹੀਂ ਕਈ ਜਨਮਾਂ ਤੋਂ ਸੀ ਕਿ ਪਾਤਸ਼ਾਹ ਦੇ ਚਰਨਾਂ ਦੇ ਇਹ ਭਗਤ ਸੀ। ਕਈ ਜਨਮਾਂ ਤੋਂ ਇਹ ਪਾਤਸ਼ਾਹ ਦੀ ਭਗਤੀ ਕਰਦੇ ਆ ਰਹੇ ਸੀ। ਔਰ ਦੇਖੋ, ਇਸ ਜਨਮ 'ਚ ਇਹਨਾਂ ਨੂੰ ਪਾਤਸ਼ਾਹ ਤੋਂ ਮੁਕਤੀ ਪ੍ਰਦਾਨ ਹੋਣੀ ਸੀ। ਸੰਗਤ ਜੀ, ਕਹਿੰਦੇ ਜਾਓ ਸਾਡੇ ਪੁਰਾਣਿਆਂ ਨੂੰ ਸਾਰਿਆਂ ਨੂੰ ਬੁਲਾ ਕੇ ਲੈ ਕੇ ਆਓ। ਸੰਗਤ ਜੀ, ਮਰਦਾਨਾ ਜੀ ਜਾਂਦੇ ਨੇ, ਮਰਦਾਨਾ ਜੀ ਬੁਲਾਉਂਦੇ ਨੇ ਗੋਪਾਲ ਪਾਂਧਾ ਜੀ ਨੂੰ, ਕਿਉਂਕਿ ਸਾਰਿਆਂ ਨਾਲੋਂ ਪਹਿਲਾਂ ਸੰਗਤ ਜੀ ਉਹ ਤਾਂ ਪੜਨ ਗਏ ਸੀ। ਆਪ ਜੀ ਨੂੰ ਸਭ ਨੂੰ ਯਾਦ ਹੋਏਗਾ, ਪੜਨ ਗਏ ਸੀ ਪਾਂਧਾ ਜੀ ਦੇ ਕੋਲ। ਔਰ ਪਾਂਧਾ ਜੀ ਆਂਦੇ ਨੇ, ਮੌਲਾਨਾ ਜੀ ਆਂਦੇ ਨੇ, ਵੈਦ ਜੀ ਆਂਦੇ ਨੇ। ਸੰਗਤ ਜੀ, ਸਾਰੇ ਇੰਨੇ ਪ੍ਰਸੰਨ, ਕਿਉਂਕਿ ਇਹਨਾਂ ਨੂੰ ਪਾਤਸ਼ਾਹ ਨੇ ਉਪਦੇਸ਼ ਦਿੱਤੇ ਹੁੰਦੇ ਨੇ। ਦਾਤ ਦਾ ਕਿਣਕਾ ਪਾਤਸ਼ਾਹ ਇਹਨਾਂ ਨੂੰ ਦੇ ਚੁੱਕੇ ਨੇ। ਪਾਤਸ਼ਾਹ ਇਹਨਾਂ ਦੇ ਉੱਤੇ ਦਇਆ ਦ੍ਰਿਸ਼ਟੀ ਪਾ ਚੁੱਕੇ ਨੇ। ਪਰ ਅੱਜ ਪਾਤਸ਼ਾਹ ਨੇ ਇਹਨਾਂ ਨੂੰ ਹੋਰ ਦਇਆ ਦ੍ਰਿਸ਼ਟੀ ਬਖਸ਼ਣੀ ਹੈ। ਅੱਜ ਪਾਤਸ਼ਾਹ ਨੇ ਇਹਨਾਂ ਨੂੰ ਹੋਰ ਨਾਮ ਦੀ ਦਾਤ ਦੇਣੀ ਹੈ। ਸੰਗਤ ਜੀ, ਉਹ ਆਂਦੇ ਨੇ, ਉਹ ਧੰਨ ਭਾਗ ਸਮਝਦੇ ਨੇ ਆਪਣੇ ਕਿ ਪਾਤਸ਼ਾਹ ਨੇ ਆਪ ਹੋ ਕੇ ਸਾਨੂੰ ਬੁਲਾਇਆ ਹੈ, ਸਾਨੂੰ ਆਪ ਦਰਸ਼ਨ ਦੇ ਰਹੇ ਨੇ। ਹੁਣ ਸੰਗਤ ਜੀ, ਉਹ ਜਦੋਂ ਤੋਂ ਪਾਤਸ਼ਾਹ ਨੇ ਉਹਨਾਂ ਨੂੰ ਉਪਦੇਸ਼ ਦਿੱਤੇ ਨੇ, ਉਹਨਾਂ ਦਾ ਤੇ ਰੂਪ ਰੰਗ ਹੀ ਬਦਲ ਗਿਆ। ਉਹ ਤੇ ਨਾਮ ਦੇ ਵਿੱਚ ਰੰਗੇ ਗਏ ਸੀ। ਮੌਲਾਨਾ ਜੀ, ਵੈਦ ਜੀ, ਪਾਂਧਾ ਜੀ ਆਂਦੇ ਨੇ। ਹੁਣ ਸੰਗਤ ਜੀ, ਰਹੇ ਤੇ ਪਾਤਸ਼ਾਹ ਦੇ ਟੀਚਰ ਸੀ, ਉਸਤਾਦ ਸੀ ਪਾਤਸ਼ਾਹ ਦੇ, ਪਾਂਧਾ ਜੀ ਪੜ੍ਹਾਉਂਦੇ ਸੀ। ਆਂਦੇ ਨੇ, ਪਾਤਸ਼ਾਹ ਪੂਰੇ ਸਤਿਕਾਰ ਦੇ ਨਾਲ ਉਹਨਾਂ ਨੂੰ ਆਪਣੇ ਕੋਲ ਬਿਠਾਉਂਦੇ ਨੇ। ਸੰਗਤ ਜੀ, ਬੇਸ਼ੱਕ ਉਹ ਬਾਹਰੀ ਤੌਰ ਤੇ ਪਾਤਸ਼ਾਹ ਦੇ ਉਸਤਾਦ ਰਹੇ ਨੇ, ਪਰ ਸੰਗਤ ਜੀ, ਇੱਥੇ ਪਾਤਸ਼ਾਹ ਉਹਨਾਂ ਦੇ ਮਾਲਿਕ ਨੇ ਔਰ ਉਹ ਦਾਸ ਨੇ ਉਹਨਾਂ ਦੇ ਚਰਨਾਂ ਤੇ। ਕਿਉਂਕਿ ਉਹਨਾਂ ਨੂੰ ਪਤਾ ਹੈ ਮੌਲਾਨਾ ਜੀ ਨੂੰ ਇਹ ਦਾਤ ਬਖਸ਼ੀ ਸੀ, ਪਾਂਧਾ ਜੀ ਨੂੰ ਦਾਤ ਬਖਸ਼ੀ ਸੀ। ਉਹੀ ਪਾਂਧਾ ਜੀ ਨੇ ਜਿਹੜੇ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਕਹਿੰਦੇ ਸੀ, ਬੋਲੋ, ਮੇਰੇ ਪਿੱਛੇ ਤੁਸੀਂ ਬੋਲਦੇ ਕਿਉਂ ਨਹੀਂ ਪਏ? ਕੱਲ ਤੇ ਤੁਸੀਂ ਚੰਗੇ ਭਲੇ ਬੋਲਦੇ ਸੀ, ਅੱਜ ਤੁਹਾਨੂੰ ਕੀ ਹੋਇਆ? ਅੱਜ ਤੁਸੀਂ ਕਿਉਂ ਨਹੀਂ ਬੋਲਦੇ? ਉੱਚੀ ਆਵਾਜ਼ 'ਚ ਬੋਲ ਰਹੇ ਸੀ ਪਾਂਧਾ ਜੀ। ਪਰ ਅੱਜ ਪਾਂਧਾ ਜੀ ਦੇ ਮੁਖ ਤੋਂ ਕੋਈ ਆਵਾਜ਼ ਨਹੀਂ ਨਿਕਲ ਰਹੀ। ਪਾਤਸ਼ਾਹ ਦੇ ਸਾਹਮਣੇ ਬੈਠੇ ਕੋਈ ਆਵਾਜ਼ ਨਹੀਂ ਨਿਕਲ ਰਹੀ। ਮੌਲਾਨਾ ਜੀ ਦੇ ਮੁਖ ਤੋਂ ਕੋਈ ਆਵਾਜ਼ ਨਹੀਂ ਨਿਕਲ ਰਹੀ। ਪਾਂਧਾ ਜੀ ਦੇ ਮੁਖ ਤੋਂ, ਵੈਦ ਜੀ ਦੇ ਮੁਖ ਤੋਂ ਅੱਜ ਕੋਈ ਆਵਾਜ਼ ਨਹੀਂ ਨਿਕਲ ਰਹੀ। ਹੱਥ ਜੋੜ ਕੇ ਪਾਤਸ਼ਾਹ ਦੇ ਸਨਮੁਖ ਬੈਠੇ ਨੇ। ਫਿਰ ਪਾਤਸ਼ਾਹ ਹੌਲੀ ਜੇ ਪੁੱਛਦੇ ਨੇ, ਪਾਂਧਾ ਜੀ ਠੀਕ ਹੋ ਤੁਸੀਂ? ਮੌਲਾਨਾ ਜੀ ਠੀਕ ਹੋ ਤੁਸੀਂ? ਵੈਦ ਜੀ ਤੁਹਾਡਾ ਕੀ ਹਾਲ ਹੈ? ਤੁਸੀਂ ਠੀਕ ਹੋ?
ਫਿਰ ਸੰਗਤ ਜੀ ਜਦੋਂ ਪਾਤਸ਼ਾਹ ਉਹਨਾਂ ਦੇ ਸੁਖ ਸੰਦ ਪੁੱਛਦੇ ਨੇ, ਫਿਰ ਤਿੰਨੋਂ ਜਾਣੇ ਪਾਤਸ਼ਾਹ ਦੀ ਉਸਤਤ ਦੇ ਵਿੱਚ ਪਾਤਸ਼ਾਹ ਦੀ ਸਿਫਤ ਸਲਾਹ ਕਰਦੇ ਨੇ। ਉਹ ਸਿਫਤ ਸਲਾਹ ਕਰਦੇ ਨੇ, ਕਹਿੰਦੇ ਨੇ, ਉਸਤਤ ਕਰਨ ਲੱਗਦੇ ਨੇ, ਕਹਿੰਦੇ ਨੇ कत का पूत सल का पिता बन का भाई सबे जिस गायो पम का गुरु मरब का रब। कहते ने कत का पूत, मेहता कालू जी का नाम का उन्होंने कक्का लिता, माता तृप्ता जी के नाम का उन्होंने तत्ता लिता। कहते कत का पूत मीन्स मेहता कालू जी और माता तृप्ता जी का पुत्र, सल का पिता बाबा श्री चंद और बाबा लक्ष्मी चंद जी दे पिता। सल कत का पूत सल का पिता बन का भाई, बन मतलब बेबे नानकी, ब न बेबे नानकी, बन का भाई सबे जिस गायो, सारे उन्हां दा जस गा रहे ने, सारे उन्हां दी सिफत सलाह कर रहे ने। पम का गुरु, पम का गुरु मतलब पांधा और मौलाना। कहते तुसी साडे गुरु हो, तुसी साडे रब हो, तुसी साडे परमेश्वर हो, तुसी सानू नाम दी दात बख्शी है। और फिर उन्हां दे उन्हां नू कहंदे ने पातशाह ये जिहड़ा कलयुग है ना, कलयुग ये पातशाह ये बड़ा वड्डा समुंदर है। पातशाह जे पानी दा समुंदर होए ते मनुख तैर के पार कर लैंदा है, पर जिहड़ा कलयुग दा समुंदर है ना पातशाह, ये अग्नि दा समुंदर है। संगत बाणी विच भी ते आंदा कलयुग रथ अगन का, कूड़ अगे रथवाओ। कहंदे ने पातशाह ये जिहड़ा संसार है ना, ये ना अग्नि दा समुंदर है। पातशाह जिहदे कोल ते प्रबंध है वो ते पार कर लैंदा है, पर पातशाह जल च ते तैरना, जिन्हों तैरना आंदा है वो ते तैर के पार कर सकता है, पर पातशाह अग दे समुंदर च जांदे ही हाथ पैर मुख सड़दे ने। पातशाह कलयुग दे समुंदर दे विच, अग्नि दे समुंदर दे विच साडे वर्गे जीव सड़दे पए ने। पातशाह साडे वर्गियां नूं तुसीं बचा लो। पातशाह इन्ना समुंदर तो पार करन दा इको ही तरीका है, नाम दा पुल। पातशाह तुसी नाम दा पुल बनन वास्ते आए हो। पातशाह तुसी नाम दा पुल बनन वास्ते आए हो, इसीलिए तुसी ये अवतार धारिया है। तुसी साडे जियां दा भला करन आए हो। पातशाह जिन्ना को ते प्रबंध है मीनस ਜਿਹੜੇ ਜਿਨ੍ਹਾਂ ਤੇ ਤੁਸੀਂ ਕਿਰਪਾ ਦ੍ਰਿਸ਼ਟੀ ਪਾਈ ਹੈ ਉਹ ਤੇ ਪਾਰ ਕਰ ਜਾਣਗੇ, ਪਰ ਪਾਤਸ਼ਾਹ ਸਾਡੇ ਵਰਗਿਆਂ ਦਾ ਕੀ ਹੋਏਗਾ। ਹੁਣ ਸੰਗਤ ਜੀ ਜੇ ਪੁਲ ਬਣਿਆ ਹੋਵੇ, ਭਾਵੇਂ ਜਲ ਦਾ ਸਮੁੰਦਰ ਹੈ ਭਾਵੇਂ ਅਗਨੀ ਦਾ ਸਮੁੰਦਰ ਹੈ, ਪੁਲ ਹੋਏ ਤੇ ਪੁਲ ਤੇ ਮਨੁੱਖ ਪਾਰ ਕਰ ਸਕਦਾ। ਤੇ ਉਹਨਾਂ ਨੇ ਕਿਹਾ, ਕਹਿੰਦੇ ਪਾਤਸ਼ਾਹ ਤੁਸੀਂ ਨਾਮ ਦਾ ਪੁਲ ਬੰਨਣ ਵਾਸਤੇ ਤੁਸੀਂ ਇਹ देह धारण की है, तुसी अवतार धारिया है। पातशाह तुसी साडा जीवन सफला करन वास्ते, सानू तुसी तारण वास्ते तुसी अवतार धारिया है। ते पातशाह तुसी साडा भला चाहते हो, तुसी साडे ते किरपा करो। पातशाह तुसी साडी लाज रख लो, तुसी साडी लाज रख लो। ते संगत जी कहंदे ने, ओ कहंदे पातशाह हुण असी तुहाडी शरण च आए हां। कहंदे ਜਿਹੜੇ ਮਨੁੱਖਾਂ ਕੋ शुभ बुद्धि वर्गे नेत्र नहीं हैगे, और कई मनुख हैं इस तरह के जिन्हां को कर्मां दे पैर नहीं हैगे। मीनस कई पातशाह साडे वर्गे मनुख ने जिन्हां ने कोई चंगे कर्म नहीं कीते, साडे वर्गे मनुख ने जिन्हां दी बुद्धि मलीन है। पातशाह साडा किद्दां पार उतारा होएगा। पातशाह तुसी सानू अपने चरण शरण च लल्लो। पातशाह सानू तुसी इहो जिहा पुल बनो ताकि असी उत्थे चढ़ के असी पार उतारा करिए। पातशाह जे तुसी दया दी दृष्टि पा लो ते जिन्हां ने कदी चंगे कर्म नहीं कीते, जिन्हां ने कदी कोई चंगा काम नहीं कीता, पातशाह जे तुसी उन्हां ते दया दृष्टि पा दोगे ते उन्हां दा भी पार उतारा हो जाएगा।
ਸੰਗਤ ਜੀ ਪਾਤਸ਼ਾਹ ਦੇ ਅੱਗੇ ਬੇਨਤੀਆਂ ਕਰ ਰਹੇ ਨੇ, ਬੇਨਤੀਆਂ ਕਰ ਰਹੇ ਨੇ, ਪਾਤਸ਼ਾਹ ਸਾਡੇ ਤੇ ਇੰਨੀ ਰਹਿਮਤ ਕਰੋ, ਸਾਡੀ ਲਾਜ ਰੱਖ ਲਓ ਪਾਤਸ਼ਾਹ। ਅਸੀਂ ਕਲਯੁਗੀ ਜੀਵ ਹਾਂ, ਅਸੀਂ ਸਾਡੇ ਅੰਦਰੋਂ ਤੇ ਮੋਹ, ਸਾਡੇ ਅੰਦਰੋਂ ਤੇ ਵੈਰ ਵਿਰੋਧ ਹੀ ਨਹੀਂ ਪਾਤਸ਼ਾਹ ਦੂਰ ਹੁੰਦੇ। ਪਾਤਸ਼ਾਹ ਸਾਡੇ ਤੇ ਦਇਆ ਕਰੋ, ਅਸੀਂ ਤੁਹਾਡੀ ਸ਼ਰਨ ਚ ਆਏ ਹਾਂ ਪਾਤਸ਼ਾਹ, ਦਇਆ ਕਰੋ। ਹੁਣ ਸੰਗਤ ਜੀ ਫਿਰ ਉਹ ਸਿਫਤ ਸਲਾਹ ਕਰਦੇ ਨੇ, ਕਹਿੰਦੇ ਨੇ ਸਭ ਕਿਛ ਤੂੰ ਹੈ ਮੇਰੇ ਪਿਆਰੇ, ਸਭ ਕਿਛ ਤੂੰ ਹੈ ਮੇਰੇ ਪਿਆਰੇ। ਹੈ ਮੇਰੇ ਸੱਚੇ ਪਾਤਸ਼ਾਹ, ਤੂੰ ਹੀ ਤੂੰ ਹੈ, ਤੁਸੀਂ ਸਾਡਾ ਪਾਰ ਉਤਾਰਾ ਕਰ ਸਕਦੇ ਹੋ, ਤੁਸੀਂ ਸਾਡੇ ਉੱਤੇ ਦਇਆ ਦੀ ਦ੍ਰਿਸ਼ਟੀ ਪਾ ਸਕਦੇ ਹੋ। ਸੰਗਤ ਜੀ ਪਾਤਸ਼ਾਹ ਮਿਹਰਾਂ ਦੇ ਘਰ ਚ ਆਉਂਦੇ ਨੇ, ਉਹਨਾਂ ਦੇ ਉੱਤੇ ਦਇਆ ਭਰੀ ਦ੍ਰਿਸ਼ਟੀ ਪਾਉਂਦੇ ਨੇ, ਉਹਨਾਂ ਨੂੰ ਨਾਮ ਦੀ ਦਾਤ ਬਖਸ਼ਦੇ ਨੇ, ਔਰ ਨਾਮ ਦੀ ਦਾਤ ਬਖਸ਼ਦੇ ਨੇ, ਔਰ ਕਹਿੰਦੇ ਨੇ ਨਾਮ ਸਿਮਰਨ ਕਰਿਆ ਕਰੋ, ਨਾਮ ਸਿਮਰਨ ਕਰਿਆ ਕਰੋ। ਨਾਮ ਦੇ ਵਿੱਚ ਇੰਨੀ ਤਾਕਤ ਹੈ ਕਿ ਜਿੱਥੋਂ ਨਾਮ ਆਇਆ ਹੈ, ਧੁਰ ਕੀ ਬਾਣੀ, ਜਿੱਥੋਂ ਨਾਮ ਆਇਆ ਹੈ ਤੇ ਤੁਹਾਨੂੰ ਉੱਥੇ ਹੀ ਲੈ ਜਾਂਦਾ ਹੈ। ਇਸ ਲਈ ਨਾਮ ਇੱਕ ਐਸਾ ਜਹਾਜ਼ ਹੈ ਜਿੱਥੇ ਤੁਸੀਂ ਚੜ੍ਹ ਕੇ ਤੁਸੀਂ ਆਪਣਾ ਪਾਰ ਉਤਾਰਾ ਕਰ ਸਕਦੇ ਹੋ। ਤੇ ਸੰਗਤ ਜੀ ਉਹਨਾਂ ਨੇ ਪਾਤਸ਼ਾਹ ਕੋਲੋਂ ਨਾਮ ਦੀ ਦਾਤ ਆਪਣੀ ਝੋਲੀ ਚ ਪਵਾਈ। ਇਸੀ ਤਰ੍ਹਾਂ ਪਾਤਸ਼ਾਹ ਤਲਵੰਡੀ ਚ ਵਿਚਰ ਰਹੇ ਨੇ, ਤਲਵੰਡੀ ਚ ਵਿਚਰਨੇ ਨੇ, ਕਈਆਂ ਦਾ ਪਾਤਸ਼ਾਹ ਨੇ ਭਲਾ ਕੀਤਾ। ਔਰ ਤਲਵੰਡੀ ਦੇ ਵਿੱਚ ਸੰਗਤ ਜੀ ਸਾਰਿਆਂ ਨੂੰ ਪਾਤਸ਼ਾਹ ਦੀ ਸਿਫਤ ਸਲਾਹ ਪਤਾ ਹੈ, ਸਾਰਿਆਂ ਨੂੰ ਪਾਤਸ਼ਾਹ ਦਾ ਜਸ ਪਤਾ ਹੈ। ਤਲਵੰਡੀ ਦੇ ਲੋਕ ਐਨੇ ਖੁਸ਼ ਨੇ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤਲਵੰਡੀ ਦੇ ਵਿੱਚ ਸਾਰੇ ਬੜੇ ਖੁਸ਼ ਨੇ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇੱਥੇ ਆਏ ਨੇ, ਔਰ ਉਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਏ ਨੇ, ਔਰ ਉਹ ਸਾਰੇ ਇੱਥੇ ਖੁਸ਼ਹਾਲੀ ਫੈਲੀ ਹੋਈ ਹੈ। ਪਾਤਸ਼ਾਹ ਦੇ ਚਰਨ ਤਲਵੰਡੀ ਵਿੱਚ ਪਏ ਨੇ ਤੇ ਸਾਰੇ ਬਹੁਤ ਖੁਸ਼ ਨੇ। ਹੁਣ ਸੰਗਤ ਜੀ ਕਾਫੀ ਦਿਨ ਹੋ ਗਏ ਪਾਤਸ਼ਾਹ ਨੂੰ ਇੱਥੇ ਰਹਿੰਦਿਆਂ ਹੋਇਆ, ਤਲਵੰਡੀ ਦੇ ਵਿਚਰਦਿਆਂ ਹੋਇਆ, ਤੇ ਪਾਤਸ਼ਾਹ ਨੇ ਹੁਣ ਸੋਚਿਆ, ਵਾਪਸ ਜਾਣ ਦਾ ਸੋਚਿਆ ਕਿ ਅਸੀਂ ਹੁਣ ਸੰਗਤ ਜੀ ਐਦਾਂ ਮਹੀਨਾ ਪਾਤਸ਼ਾਹ ਰਹਿੰਦੇ ਨੇ ਤਲਵੰਡੀ ਦੇ ਵਿੱਚ। ਹੁਣ ਪਾਤਸ਼ਾਹ ਸੋਚਦੇ ਨੇ ਕਿ ਸਾਨੂੰ ਜਾ ਕੇ ਮੋਦੀ ਦੀ ਕਾਰ ਆਪਣਾ ਕੰਮ ਸਾਂਭਣਾ ਚਾਹੀਦਾ। ਹੁਣ ਸੰਗਤ ਜੀ ਇੰਨੇ ਸਾਰੇ ਜਾਣਿਆਂ ਨੂੰ ਤੇ ਪਾਤਸ਼ਾਹ ਨੇ ਦਾਤ ਬਖਸ਼ੀ, ਪਰ ਜਿਹੜਾ ਪਾਤਸ਼ਾਹ ਦਾ ਸਾਰਿਆਂ ਤੋਂ ਪਿਆਰਾ ਹੈ, ਜੇ ਉਹਨਾਂ ਨੂੰ ਪਾਤਸ਼ਾਹ ਦੇ ਚਰਨਾਂ ਦੀ ਰਾਏ ਬੁਲਾਰ ਜੀ ਨੂੰ ਖਿੱਚ ਹੈ ਤੇ ਪਾਤਸ਼ਾਹ ਨੂੰ ਵੀ ਉਹਨਾਂ ਦਾ ਪ੍ਰੇਮ ਆਪਣੀ ਵੱਲ ਖਿੱਚਦਾ ਹੈ। ਹੁਣ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਵਾਪਸ ਜਾਣਾ ਹੈ ਤਲਵੰਡੀ, ਪਰ ਤਲਵੰਡੀ ਜਾਣ ਤੋਂ ਪਹਿਲਾਂ ਉਹ ਆਪਣੇ ਪਿਆਰੇ ਰਾਏ ਬੁਲਾਰ ਜੀ ਨੂੰ ਉਹ ਮਿਲਣ ਦਾ ਸੋਚਦੇ ਨੇ। ਉਹ ਸੋਚਦੇ ਨੇ ਕਿ ਮੈਂ ਹੁਣ ਰਾਏ ਬੁਲਾਰ ਜੀ ਨੂੰ ਵੀ ਮਿਲ ਲਵਾਂ ਤਲਵੰਡੀ ਜਾਣ ਤੋਂ ਪਹਿਲਾਂ। ਹੁਣ ਸੰਗਤ ਜੀ ਸਮਾਂ ਹੋ ਗਿਆ ਹੈ, ਰਾਏ ਬੁਲਾਰ ਜੀ ਨੂੰ ਜਦੋਂ ਮਿਲਣ ਜਾਂਦੇ ਨੇ, ਫਿਰ ਰਾਏ ਬੁਲਾਰ ਜੀ ਨੂੰ ਵੀ ਉਹ ਪਾਤਸ਼ਾਹ ਉਪਦੇਸ਼ ਦਿੰਦੇ ਨੇ, ਕਿਉਂਕਿ ਐਨੇ ਸਾਰਿਆਂ ਨੂੰ ਪਾਤਸ਼ਾਹ ਨੇ ਤੇ ਨਾਮ ਦੇ ਨਾਲ ਜੋੜਿਆ। ਹੁਣ ਰਾਏ ਬੁਲਾਰ ਜੀ ਨੂੰ ਉਪਦੇਸ਼ ਦੇਣਾ ਹੈ, ਰਾਏ ਬੁਲਾਰ ਜੀ ਤੇ ਉੱਤੇ ਕਿਰਪਾ ਕਰਨੀ ਹੈ, ਕਿਉਂਕਿ ਰਾਏ ਬੁਲਾਰ ਜੀ ਰਹਿ ਗਏ ਨੇ ਜਿਨ੍ਹਾਂ ਤੇ ਪਾਤਸ਼ਾਹ ਨੇ ਹਾਲੀ ਤੱਕ ਕਿਰਪਾ ਨਹੀਂ ਕੀਤੀ, ਹਾਲੀ ਤੇ ਦਰਸ਼ਨ ਦਿਦਾਰੇ ਹੀ ਬਖਸ਼ ਰਹੇ ਨੇ। ਉਹਨਾਂ ਦਾ ਪ੍ਰੇਮ ਪਾਤਸ਼ਾਹ ਨੂੰ ਪਤਾ ਹੈ ਕਿ ਜੋ ਇਹ ਅੰਦਰੋਂ ਨੇ ਉਹੀ ਇਹ ਬਾਹਰੋਂ ਨੇ। ਇਹਨਾਂ ਦੇ ਮਨ ਦੇ ਵਿੱਚ ਸੱਚੀ ਸ਼ਰਧਾ ਹੈ ਪਾਤਸ਼ਾਹ ਦੇ ਚਰਨਾਂ ਦੀ, ਇੱਕ ਖਿੱਚ ਹੈ, ਔਰ 24 ਘੰਟੇ 8 ਪੈਰ ਉਡੀਕਦੇ ਰਹਿੰਦੇ ਨੇ ਕਿ ਕਿਹੜਾ ਵੇਲਾ ਹੋਏ ਮੈਂ ਆਪਣੇ ਪ੍ਰੀਤਮ ਆਪਣੇ ਮਾਲਿਕ ਦੇ ਦਰਸ਼ਨ ਕਰਾਂ। ਤੇ ਸੰਗਤ ਜੀ ਇਸੀ ਤਰ੍ਹਾਂ ਫਿਰ ਜਦੋਂ ਉਹ ਜਾਂਦੇ ਨੇ ਰਾਏ ਬੁਲਾਰ ਜੀ ਕੋਲ, ਔਰ ਤਲਵੰਡੀ ਜਾਣ ਤੋਂ ਪਹਿਲਾਂ ਉਹਨਾਂ ਨਾਲ ਮੁਲਾਕਾਤ ਕਰਦੇ ਨੇ, ਤੇ ਕੀ ਉਪਦੇਸ਼ ਹੁੰਦੇ ਨੇ, ਕੀ ਪਾਤਸ਼ਾਹ ਬਚਨ ਕਰਦੇ ਨੇ ਆਪਣੇ ਪਿਆਰੇ ਨੂੰ। ਸੰਗਤ ਜੀ ਇਹ ਅਸੀਂ ਅਗਲੇ ਸ਼ਨੀਵਾਰ ਕਰਾਂਗੇ। ਐਨੀ ਜੀ ਸੇਵਾ ਪ੍ਰਵਾਨ ਕਰਨਾ। ਸੰਗਤ ਜੀ ਬੇਅੰਤ ਗਲਤੀਆਂ ਹੋ ਜਾਂਦੀਆਂ ਨੇ, ਗੁਰੂ ਔਰ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ ਸੰਗਤ ਜੀ। ਆਓ ਹੁਣ ਅਸੀਂ ਮਿਲ ਕੇ ਅਸੀਂ ਸ਼ਬਦ ਪੜ੍ਹਦੇ ਹਾਂ। ਜਿਸ ਤਰ੍ਹਾਂ ਪਾਤਸ਼ਾਹ ਨਾਮ ਦੀ ਦਾਤ ਵੰਡਦੇ ਪਏ ਨੇ, ਸਾਰਿਆਂ ਨੂੰ ਨਾਮ ਦੇ ਨਾਲ ਜੋੜ ਰਹੇ ਨੇ, ਔਰ ਕਹਿ ਰਹੇ ਨੇ ਕਿ ਨਾਮ ਹੀ ਇੱਕ ਇਹੋ ਜਿਹਾ ਜਹਾਜ਼ ਹੈ ਜਿਹਦੇ ਉੱਤੇ
ਚੜ ਕੇ ਇਹ ਜਗਤ ਦਾ ਉਤਾਰਾ ਅਸੀਂ ਪਾਰ ਉਤਾਰਾ ਕਰ ਸਕਦੇ ਹਾਂ ਇਸ ਸੰਸਾਰ ਤੋਂ। ਤੇ ਆਓ ਸੰਗਤ ਜੀ ਅਸੀਂ ਵੀ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਦੇਹੋ ਆਪਣਾ ਨਾਮ। ਵਾਹਿਗੁਰੂ
ਵਾਹਿਗੁਰੂ ਦੇਹੋ ਆਪਣਾ ਨਾਮ, ਦੇਹੋ ਆਪਣਾ ਨਾਮ, ਵਾਹਿਗੁਰੂ ਦੇਹੋ ਆਪਣਾ ਨਾਮ, ਦੇਹੋ ਆਪਣਾ ਨਾਮ। ਜਿਨ ਮੋਹਿ ਬ੍ਰਹਮੰਡ ਖੰਡ ਤਾਹੂ ਮੈਂ ਪਾਉ, ਤਾਹੂ ਮੈਂ ਪਾਉ, ਵਾਹਿਗੁਰੂ ਦੇਹੋ ਆਪਣਾ ਨਾਮ, ਦੇਹੋ ਆਪਣਾ ਨਾਮ, ਵਾਹਿਗੁਰੂ ਦੇਹੋ ਆਪਣਾ ਨਾਮ, ਦੇਹੋ ਆਪਣਾ ਨਾਮ, ਦੇਹੋ ਆਪਣਾ ਨਾਮ, ਦੇਹੋ ਆਪਣਾ ਨਾਮ। ਸਲੋਕ। ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੇ ਸਗਲ ਜਗਤ। ਚੰਗਿਆਈਆਂ ਬੁਰਾਈਆਂ ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮੁਸ਼ੱਕਤ ਕਾਰ, ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਰ। ਜਿਨੀ ਨਾਮ ਤੇ ਆਇਆ ਗਏ ਮੁਸ਼ੱਕਤ ਕਾਰ, ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਬੇਅੰਤ ਭੁੱਲਾਂ ਚੁੱਕਾਂ ਲਗਾ ਮਾਤਰਾ ਤਰੁੱਟੀਆਂ ਹੋ ਜਾਂਦੀਆਂ ਨੇ, ਸੰਗਤ ਬਖਸ਼ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।